ਕੀ ਕਾਰਨ ਹੋਇਆ ਤੁਹਾਨੂੰ ਵੱਡੇ ਇਕੱਠ ਦੇ ਵਿੱਚ ਸਿੱਖ ਸੰਗਤਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਸਾਹਮਣੇ ਵੱਡੇ ਸਵਾਲ ਚੁੱਕਣੇ ਪਏ? ਜਿਹੜੀਆਂ ਬੇਅਦਬੀਆਂ ਵਾਪਰ ਰਹੀਆਂ ਘਟਨਾਵਾਂ, ਇਹਨਾਂ ਦੀ ਜੜ ਤਾਂ ਉਹ ਪਈ ਹੈ ਨਾ ਜੀ, ਵੀ ਜਦੋਂ ਬਿਨਾਂ ਮੰਗਿਆ ਮਾਫੀ ਦਿੱਤੀ ਗਈ। ਇਹ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਕਿਹਾ ਬਕਾਇਦਾ ਕਿ ਬਾਦਲਾਂ ਦੀ ਕੋਠੀ 'ਚ ਸਾਨੂੰ ਤਲਬ ਕੀਤਾ ਗਿਆ ਸੀ, ਉਹ ਮੁੱਕਰ ਗਿਆ ਬੰਦਾ ਬਾਅਦ ਦੇ ਵਿੱਚ। ਮੈਂ ਬੀਬੀ ਜੰਗੀਰ ਕੌਰ ਨੂੰ ਪੁੱਛਿਆ ਵੀ ਗਿਆਨੀ ਗੁਰਮੁਖ ਸਿੰਘ ਜੀ ਉਦੋਂ ਸੱਚ ਬੋਲ ਰਹੇ ਸੀ ਜਾਂ ਅੱਜ ਸੱਚ ਬੋਲ ਰਹੇ ਨੇ, ਉਹਦੀ ਤਫਤੀਸ਼ ਹੋਣੀ ਚਾਹੀਦੀ ਆ। ਅਤੇ ਦੂਜਾ, ਜੇ ਉਹ ਝੂਠ ਬੋਲ ਰਿਹਾ ਸੀ, ਜੇ ਬਾਦਲਾਂ ਵਾਲੀ ਗੱਲ ਉਹ ਝੂਠ ਕਹਿ ਰਿਹਾ, ਤਾਂ ਉਸ ਝੂਠ ਦੇ ਬਦਲੇ ਉਹਨੂੰ ਤੁਸੀਂ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਤਾ। ਮੈਂ ਪੁੱਛਿਆ ਜਿਹੜਾ 90 ਲੱਖ ਰੁਪਈਆ ਇਸ਼ਤਿਹਾਰ ਦਿੱਤੇ ਸੀਗੇ, ਉਹਦੀ ਰਿਕਵਰੀ ਫਿਰ ਕਦੋਂ ਕਰਾਉਣੀ ਆ ਤੁਸੀਂ? ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਵੀ ਇਹ ਹੁਕਮਨਾਮੇ ਨੂੰ ਮੰਨੋ, ਸੰਗਤ ਨੇ ਫਿਰ ਵੀ ਨਹੀਂ ਮੰਨਿਆ। ਮਲੇਰਕੋਟਲਾ ਇਲਾਕੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 35 ਸਰੂਪ, 250 ਤੋਂ ਵੱਧ ਪੋਥੀਆਂ ਚੁੱਕ ਕੇ ਲੈ ਗਏ ਬੰਦੇ। ਮੈਂ ਇਹ ਚਾਹੁੰਦਾ ਸੀ ਕਿ ਉਹ ਤੁਰੰਤ ਇਹਨਾਂ ਗੱਲਾਂ 'ਤੇ ਜਵਾਬ ਦੇ ਦੇਣ, ਅਤੇ ਕਿਉਂਕਿ ਕੋਈ ਔਖਾ ਕੰਮ ਨਹੀਂ ਸੀ। ਪਰ ਉਹ ਕਹਿੰਦੇ ਚਲੋ ਲਿਖਤੀ ਦੇਵਾਂਗੇ, ਅਸੀਂ ਲਿਖਤੀ ਜਵਾਬ ਦੇਵਾਂਗੇ। ਅਤੇ ਮੈਨੂੰ ਕੋਈ ਮਤਲਬ ਅਸੀਂ ਵੇਟ ਕਰ ਰਹੇ ਹਾਂ ਜੀ ਕਦੋਂ ਉਹਨਾਂ ਦੇ ਲਿਖਤੀ ਜਵਾਬ ਆਉਂਦੇ ਆ। ਪਤਾ ਤਾਂ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆ, ਆਗੂਆਂ ਨੂੰ ਵੀ ਆ, ਜਥੇਦਾਰਾਂ ਨੂੰ ਵੀ ਆ, ਪ੍ਰਧਾਨ ਜੀ ਨੂੰ ਵੀ ਪਤਾ, ਸਿੱਖ ਸੰਗਤਾਂ ਨੂੰ ਵੀ ਪਤਾ ਅਤੇ ਸਿੱਖ ਸੰਸਥਾਵਾਂ ਨੂੰ ਵੀ ਪਤਾ। ਆਖਿਰ ਇੱਦਾਂ ਹੋ ਕਿਉਂ ਰਿਹਾ? ਸਿੱਖਾਂ ਦੇ ਨਾਲ ਸਿੱਖ ਹੀ ਵਿਤਕਰਾ ਕਰ ਰਿਹਾ, ਇਨਸਾਫ ਕਿਉਂ ਨਹੀਂ ਮਿਲ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਉਸ ਦਿਨ ਵੀ ਕਿਹਾ ਵੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ, ਪਰ ਉੱਥੇ ਇਸ ਕਿਸਮ ਦੇ ਬੰਦੇ ਬਾਦਲ ਕੇ ਕਾਬਜ਼ ਨੇ ਜਿਹੜੇ ਕਿ ਮਨਮਾਨੀਆਂ ਕਰਦੇ ਨੇ, ਹਮੇਸ਼ਾ ਗੁਰੂ ਪਾਤਸ਼ਾਹ ਜੀ ਦੇ ਉਲਟ ਭੁਗਤਦੇ ਨੇ, ਸਿੱਖੀ ਦੇ ਉਲਟ ਭੁਗਤਦੇ ਆ। ਖਾਲਸਾ ਜੀ, 2017 ਤੋਂ ਬਾਅਦ ਬਹੁਤ ਸਾਰੀਆਂ SITਆਂ ਬਣੀਆਂ, ਹੁਣ ਫਿਰ ਨਵੀਂ ਇੱਕ SIT ਬਣ ਗਈ ਆ। ਲੱਗਦਾ ਕਿ ਇਸ SIT ਤੋਂ ਇਨਸਾਫ ਮਿਲ ਪਾਏਗਾ? ਅਸੀਂ ਤਾਂ ਹਰ ਥਾਂ ਤੇ ਬਿਆਨ ਦਰਜ ਕਰਵਾਇਆ ਹੋਣੇ ਆ। ਜਿਹੜੀ ਇਨਸਾਫ ਦੀ ਗੱਲ ਹੈ, ਇਹ ਤਾਂ ਸਰਕਾਰ ਦੀ ਇੱਛਾ ਸ਼ਕਤੀ ਦੇ ਉੱਤੇ ਨਿਰਭਰ ਹੈ। 15 ਦਿਨ ਵੀ ਨਹੀਂ ਲੱਗਦੇ ਜੇ ਇਮਾਨਦਾਰੀ ਹੋਵੇ, ਸਾਰੀ ਤਫਤੀਸ਼, ਸਭ ਕੁਛ ਤਾਂ ਹੋਇਆ ਸਾਰਾ, ਸਭ ਨੂੰ ਪਤਾ ਹੈ, ਬੱਚੇ ਨੂੰ ਪਤਾ ਵੀ ਅਦਬੀਆਂ ਕਿਹਨੇ ਕੀਤੀਆਂ, ਕਿਹਨੇ ਕਰਵਾਈਆਂ। ਜਿਹੜੀਆਂ ਪਹਿਲਾਂ SITਆਂ ਬਣੀਆਂ ਜਾਂ ਉਹਨਾਂ ਦੀਆਂ ਰਿਪੋਰਟਾਂ ਬਣ ਕੇ ਆਈਆਂ, ਕੀ ਤੁਸੀਂ ਉਸ ਤੋਂ ਸੈਟੀਸਫਾਈ ਹੋ, ਸੰਤੁਸ਼ਟ ਹੋ? ਇਹ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੱਲ ਸ਼ੁਰੂ ਕਰ ਲੈਂਦੇ ਆ, ਜਿੱਥੇ ਆਪਾਂ ਦੀਵਾਨ ਲਾਏ ਸੀ ਕਿ ਉੱਥੇ ਜੀ ਹਰਜਿੰਦਰ ਸਿੰਘ ਮਾਝੀ ਨੇ ਪ੍ਰਚਾਰ ਕੀਤਾ, ਉੱਥੇ ਲੋਕਟ ਲਾ ਕੇ ਡੇਰਾ ਪ੍ਰੇਮੀ ਸੁੱਟ ਗਏ। ਉੱਥੋਂ ਗੱਲ ਸ਼ੁਰੂ ਕਰਕੇ ਫਿਰ ਇਹ 5 4 5 6 ਡੇਰਾ ਪ੍ਰੇਮੀਆਂ ਤੱਕ ਲਿਆ ਕੇ ਗੱਲ ਮੁਕਾ ਦਿੰਦੇ ਆ। ਫਿਰ ਕੋਈ ਨਵੀਂ SIT ਬਣ ਜਾਂਦੀ ਹੈ, ਕਦੇ ਹਾਈ ਕੋਰਟ SIT ਨੂੰ ਰੱਦ ਕਰ ਦਿੰਦੀ ਹੈ। ਤਾਂ ਅਸੀਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਤੁਰੇ ਫਿਰਦੇ ਹਾਂ ਜੀ, ਬਸ ਬੇਅਦਬੀ ਹੁੰਦੀ ਹੈ, 2-4 ਦਿਨ ਰੌਲਾ ਪਾਉਂਦੇ ਹਾਂ, ਅਸੀਂ ਫਿਰ ਕੀ ਕਰੀਏ, ਮਤਲਬ ਜਿੰਨਾ ਕਿ ਆਵਾਜ਼ ਬੁਲੰਦ ਕਰਦੇ ਹਾਂ, ਬਸ ਉਦੋਂ ਬਾਅਦ ਫਿਰ ਹੋਰ ਥਾਂ 'ਤੇ ਬੇਅਦਬੀ ਹੋ ਜਾਂਦੀ ਹੈ। ਜਿੰਨੀਆਂ ਵੀ SITਆਂ ਬਣੀਆਂ, ਉਹਨਾਂ ਦੇ ਸੀਨੀਅਰ ਆਫੀਸਰ ਹੋਏ ਆ, ਖਾਸ ਤੌਰ 'ਤੇ ਰਿਪੋਰਟਾਂ ਦੇਣ ਤੋਂ ਬਾਅਦ ਦੂਜੀ ਧਿਰ ਰਿਪੋਰਟ ਰੱਦ ਕਰ ਦਿੰਦੀ ਹੈ, ਕਦੇ ਹਾਈ ਕੋਰਟ ਰੱਦ ਕਰ ਦਿੰਦੀ ਹੈ, ਕਦੇ ਕੋਈ ਕਰ ਦਿੰਦਾ। ਇਸ ਤੋਂ ਬਾਅਦ ਉਹ ਸੀਨੀਅਰ ਆਫੀਸਰ ਸਿਆਸੀ ਸਰਨ ਕਿਉਂ ਲੈਂਦੇ, ਸਿਆਸੀ ਪਾਰਟੀਆਂ 'ਚ ਕਿਉਂ ਜਾਂਦੇ? ਸਾਰੀਆਂ ਗੱਲਾਂ ਸ਼ੱਕ ਦੇ ਘੇਰੇ ਵਿੱਚ ਜ਼ਰੂਰ ਨੇ, ਪਰ ਮੈਂ ਇਹ ਜ਼ਰੂਰ ਕਹਿੰਦਾ ਕਿ ਸਾਡਾ ਤਾਂ ਸਿੱਧਾ ਜਿਹਾ ਮਸਲਾ ਹੈ, ਜਿਹਨੇ ਸਿਆਸਤ ਕਰਨੀ ਹੈ ਕਰੇ, ਜੋ ਮਰਜ਼ੀ ਕਰਨ। ਕਿ ਅਸੀਂ ਕਹਿੰਦੇ ਘਟਨਾ ਵਾਪਰੀ ਹੈ, ਘਟਨਾ ਦੇ ਦੋਸ਼ੀਆਂ ਤੱਕ ਪਹੁੰਚ ਕਰੋ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ TV ਤੇ ਮੈਂ ਹਾਂ ਕੁਲਦੀਪ ਕੋਲੀਆ। ਦਰਸ਼ਕੋ, ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ 'ਚ, ਦੇਸ਼ ਦੁਨੀਆ 'ਚ ਹਰ ਧਰਮ ਸਤਿਕਾਰਯੋਗ ਹੈ। ਹਰ ਧਰਮ ਦਾ ਸਤਿਕਾਰ ਆਦਰ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਜੇ ਧਰਮ ਦੀ ਗੱਲ ਕੀਤੀ ਹੈ ਤਾਂ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਕੁਰਾਨ ਸ਼ਰੀਫ ਦੀ ਬੇਅਦਬੀ ਹੋ ਰਹੀ ਹੈ। ਲਗਾਤਾਰ ਪੰਜਾਬ ਦੇ ਵਿੱਚ ਹੀ ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ? ਆ ਪਿਛਲੇ ਦਿਨੀ ਭਗਵਾਨੀਗੜ੍ਹ ਦੇ ਨਜ਼ਦੀਕੀ ਪਿੰਡ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਔਰਤ ਵੱਲੋਂ ਬੇਅਦਬੀ ਕੀਤੀ ਗਈ। ਇਕੱਲੀ ਬੇਅਦਬੀ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਦੁਨੀਆ ਦੇ ਜੋ ਸਿੱਖ ਸੰਗਤ ਆ, ਉਹਨਾਂ ਦੇ ਹਿਰਦੇ ਵਲੂੰਧਰੇ ਜਾਂਦੇ ਨੇ, ਵੱਡੀ ਗਿਣਤੀ ਸਿੱਖ ਸੰਗਤਾਂ ਦਾ ਇਕੱਠ ਹੁੰਦਾ ਹੈ। ਇਸੇ ਮਾਮਲੇ ਨੂੰ ਲੈ ਕੇ ਉਸੇ ਪਿੰਡ 'ਚ ਦੁਬਾਰਾ ਫਿਰ ਇਕੱਠ ਹੁੰਦਾ ਹੈ ਅਤੇ ਉੱਥੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ। ਉਹ ਵੀਡੀਓ ਭਾਈ ਹਰਜਿੰਦਰ ਸਿੰਘ ਮਾਝੀ ਦੀ ਹੈ, ਜੋ ਕਿ ਸਿੱਖ ਪ੍ਰਚਾਰਕ ਨੇ। ਭਾਈ ਹਰਜਿੰਦਰ ਸਿੰਘ ਮਾਝੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਵੱਡੇ ਸਵਾਲ ਕਰਦੇ ਨੇ। ਤਾਂ ਉਸ ਵੀਡੀਓ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਸਾਡੇ ਨਾਲ ਹੈ, ਮੌਜੂਦ ਹੈ। ਗੱਲਬਾਤ ਕਰਾਂਗੇ ਕਿ ਆਖਿਰ ਇਹਨਾਂ ਨੂੰ ਸਵਾਲ ਕਿਉਂ ਚੁੱਕਣੇ ਪਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਜੰਗੀਰ ਕੌਰ ਪ੍ਰਧਾਨ ਨੇ, ਉਹਨਾਂ ਨੂੰ ਇਹਨਾਂ ਮਸਲਿਆਂ ਬਾਰੇ ਪਤਾ ਹੈ, ਸਿੱਖ ਪੰਥ ਬਾਰੇ ਜਾਣਦੇ ਨੇ, ਤਾਂ ਇਹਨਾਂ ਨੂੰ ਕਿਉਂ ਸਵਾਲ ਚੁੱਕੇ? ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ।
ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਕੀ ਕਾਰਨ ਹੋਇਆ ਤੁਹਾਨੂੰ ਵੱਡੇ ਇਕੱਠ ਦੇ ਵਿੱਚ ਸਿੱਖ ਸੰਗਤਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਸਾਹਮਣੇ ਵੱਡੇ ਸਵਾਲ ਚੁੱਕਣੇ ਪਏ? ਦੇਖੋ ਜੀ, ਇਹ ਜੌਲੀਆਂ ਪਿੰਡ ਭਵਾਨੀਗੜ੍ਹ ਦੇ ਨੇੜੇ ਹੈ। ਉੱਥੇ ਜਦੋਂ ਇਹ 25 ਜੂਨ ਨੂੰ ਘਟਨਾ ਵਾਪਰੀ, ਬੇਅਦਬੀ ਦਾ ਘਟਨਾਕ੍ਰਮ ਵਾਪਰਿਆ, ਤੇ ਮੈਂ 25 ਨੂੰ ਹੀ ਉੱਥੇ ਪਹੁੰਚ ਗਿਆ ਸੀਗਾ। ਸ਼ਾਮ ਨੂੰ, ਰਾਤ ਨੂੰ ਅਸੀਂ 11:30 ਵਜੇ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ ਸੀ ਗੋਇੰਦਵਾਲ ਸਾਹਿਬ ਨੂੰ, ਉਹ ਵਾਪਸ ਮਿਲਵਾਇਆ। ਕਾਫੀ ਸੰਗਤ ਨੇ ਉੱਥੇ ਦਬਾਅ ਪਾਇਆ। ਤਾਂ ਬੀਬੀ ਜੰਗੀਰ ਕੌਰ ਜੀ 3-4 ਦਿਨਾਂ ਬਾਅਦ ਉੱਥੇ ਪਹੁੰਚੇ ਸੀ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਅੱਜ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾ ਵੀਰ ਜੀ, ਇਹਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਜੜ੍ਹਾਂ ਇਹਦੀਆਂ ਕੋਈ ਹੋਰ ਨੇ ਜੀ। ਸੋ ਮੈਂ ਉੱਥੇ ਬੜਾ, ਕਿਉਂਕਿ ਇੱਕ ਤਾਂ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਅੰਦਰ ਅਸੀਂ ਬੈਠੇ ਸੀਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਸੀ। ਅਸੀਂ ਕਹਿ ਲਓ ਵੀ ਉਹ ਦਰਬਾਰ ਸਾਹਿਬ ਤੋਂ ਬਾਹਰਲੇ ਪਾਸੇ ਬੈਠੇ ਸੀ, ਵਿਛਾ ਕੇ ਦਰੀਆਂ ਜੀ। ਤੇ ਬੀਬੀ ਜੰਗੀਰ ਕੌਰ ਜਦੋਂ ਪਹੁੰਚੇ, ਉਹਨਾਂ ਨੇ ਦੁੱਖ ਜ਼ਾਹਰ ਕੀਤਾ, ਗੱਲਾਂ ਬਾਤਾਂ ਹੋਈਆਂ। 10 ਮਿੰਟ ਉਹ ਬੈਠੇ, ਫਿਰ ਮੈਨੂੰ ਲੱਗਿਆ ਵੀ ਮੈਨੂੰ ਇੱਥੇ ਗੱਲ ਕਰਨੀ ਚਾਹੀਦੀ ਹੈ। ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਹੁਤ ਰਿਸਪੈਕਟਫੁਲੀ ਉਹਨਾਂ ਨੂੰ ਪੁੱਛਿਆ। ਇਹ ਨਹੀਂ ਵੀ ਮੈਂ ਕੋਈ ਤੂੰ ਤੜਕ, ਸਾਰੀ ਦੁਨੀਆ ਨੇ ਵੇਖਿਆ, ਕੋਈ ਤੂੰ ਤੜਕ ਕਰਕੇ ਗੱਲ ਨਹੀਂ ਕੀਤੀ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀਆਂ ਗੱਲਾਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇੱਥੇ ਆਏ ਹੋ, ਤੁਹਾਨੂੰ ਆਉਣਾ ਚਾਹੀਦਾ, ਤੁਰੰਤ ਪਹੁੰਚਣਾ ਚਾਹੀਦਾ। ਤੇ ਮੈਂ ਉਹਨਾਂ ਨੂੰ ਇਹ 3-4 ਸਵਾਲ ਪੁੱਛੇ ਸੀਗੇ ਵੀ ਜਿਹੜੀਆਂ ਬੇਅਦਬੀਆਂ ਵਾਪਰ ਰਹੀਆਂ ਘਟਨਾਵਾਂ, ਇਹਨਾਂ ਦੀ ਜੜ ਤਾਂ ਉਹ ਪਈ ਹੈ ਨਾ ਜੀ, ਵੀ ਜਦੋਂ ਬਿਨਾਂ ਮੰਗਿਆ ਮਾਫੀ ਦਿੱਤੀ ਗਈ। ਇਹ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਕਿਹਾ ਬਕਾਇਦਾ ਕਿ ਬਾਦਲਾਂ ਦੀ ਕੋਠੀ 'ਚ ਸਾਨੂੰ ਤਲਬ ਕੀਤਾ ਗਿਆ ਸੀ, ਉਹ ਮੁੱਕਰ ਗਿਆ ਬੰਦਾ ਬਾਅਦ ਦੇ ਵਿੱਚ। ਮੈਂ ਬੀਬੀ ਜੰਗੀਰ ਕੌਰ ਨੂੰ ਪੁੱਛਿਆ ਵੀ ਗਿਆਨੀ ਗੁਰਮੁਖ ਸਿੰਘ ਜੀ ਉਦੋਂ ਸੱਚ ਬੋਲ ਰਹੇ ਸੀ ਜਾਂ ਅੱਜ ਸੱਚ ਬੋਲ ਰਹੇ ਨੇ, ਉਹਦੀ ਤਫਤੀਸ਼ ਹੋਣੀ ਚਾਹੀਦੀ ਹੈ। ਤੇ ਦੂਜਾ, ਜੇ ਉਹ ਝੂਠ ਬੋਲ ਰਿਹਾ ਸੀ, ਜੇ ਬਾਦਲਾਂ ਵਾਲੀ ਗੱਲ ਉਹ ਝੂਠ ਕਹਿ ਰਿਹਾ, ਤਾਂ ਉਸ ਝੂਠ ਦੇ ਬਦਲੇ ਉਹਨੂੰ ਤੁਸੀਂ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਤਾ। ਜਦੋਂ ਤਾਂ ਉਹ ਕਹਿੰਦਾ ਸੀ ਬਾਦਲਾਂ ਨੇ ਸਾਨੂੰ ਤਲਬ ਕੀਤਾ, ਤੁਸੀਂ ਉਹਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾ ਕੇ ਧਮਧਾਨ ਸਾਹਿਬ ਭੇਜ ਦਿੱਤਾ। ਤੇ ਜੇ ਉਹ ਮਤਲਬ ਉਹਦਾ ਮੂੰਹ ਬੰਦ ਕਰਾਉਣ ਲਈ ਤੁਸੀਂ, ਮੇਰਾ ਕਹਿਣ ਦਾ ਭਾਵ ਉੱਥੇ ਇਹੀ ਸੀਗਾ, ਜਿਹੜਾ ਕਿ ਮੈਂ ਉੱਥੇ ਸੰਖੇਪ ਰੂਪ 'ਚ ਹੀ ਕਹਿ ਰਿਹਾ ਸੀ। ਤੇ ਦੂਜੀ ਗੱਲ ਮੈਂ ਉਹਨਾਂ ਨੂੰ ਪੁੱਛੀ ਸੀ ਵੀ ਜਿਹੜਾ ਜਦੋਂ 328 ਸਰੂਪਾਂ ਦਾ ਮਸਲਾ ਹੈ, ਤਾਂ ਤੁਸੀਂ ਸੀਏ ਕੋਹਲੀ ਤੋਂ ਜਿਹੜਾ ਕਹਿੰਦੇ ਸੀਗੇ ਵੀ ਪੈਸੇ ਦੀ ਰਿਕਵਰੀ ਕਰਾਵਾਂਗੇ, ਹਾਲਾਂਕਿ ਮੈਂ ਇਹ ਟੌਪਿਕ ਨੂੰ ਲੰਬਾ ਨਹੀਂ ਕੀਤਾ, ਉਹ ਰਿਕਵਰੀ ਵੀ ਅਜੇ ਤੱਕ ਨਹੀਂ ਹੋਈ। ਮੈਂ ਪੁੱਛਿਆ ਜਿਹੜਾ 90 ਲੱਖ ਰੁਪਈਆ ਇਸ਼ਤਿਹਾਰ ਦਿੱਤੇ ਸੀਗੇ, ਉਹਦੀ ਰਿਕਵਰੀ ਫਿਰ ਕਦੋਂ ਕਰਾਉਣੀ ਆ ਤੁਸੀਂ? ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਵੀ ਇਹ ਹੁਕਮਨਾਮੇ ਨੂੰ ਮੰਨੋ, ਸੰਗਤ ਨੇ ਫਿਰ ਵੀ ਨਹੀਂ ਮੰਨਿਆ। ਤਾਂ 328 ਸਰੂਪਾਂ ਦਾ ਅਸੀਂ ਕਿੱਥੇ ਦਈਏ ਮੈਮੋਰੰਡਮ? ਇਸ ਤਰ੍ਹਾਂ ਦੇ ਜਿਹੜੇ ਸਵਾਲ ਸੀਗੇ। ਤੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ, ਬਹੁਤ ਇੰਪੋਰਟੈਂਟ ਵਿਸ਼ਾ ਹੈਗਾ ਜੀ। ਮੈਂ ਇਹ 2015 ਤੋਂ ਲਗਾਤਾਰ ਰੌਲਾ ਪਾ ਰਿਹਾ, ਗੱਲ ਕਰ ਰਿਹਾ। ਇਹ ਸਾਡੇ ਮਲੇਰਕੋਟ, ਇਹ ਵੀ ਮੈਂ ਉਹਨਾਂ ਨੂੰ ਸਾਰਾ ਦਸਤਾਵੇਜ਼ ਕੱਲ੍ਹ ਦਿੱਤਾ ਪਿਛਲੇ ਦਿਨੀ। ਇਹ ਮਲੇਰਕੋਟਲਾ ਇਲਾਕੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 35 ਸਰੂਪ, 250 ਤੋਂ ਵੱਧ ਪੋਥੀਆਂ ਚੁੱਕ ਕੇ ਲੈ ਗਏ ਬੰਦੇ। ਉਹ ਕਿਸੇ ਨੇ ਪੁੱਛਿਆ ਉਹਨਾਂ ਨੂੰ ਵੀ ਤੁਹਾਨੂੰ ਇਹ ਐਡੀ ਵੱਡੀ ਅਥਾਰਟੀ ਕਿਹਨੇ ਦਿੱਤੀ ਹੈ, ਤੁਹਾਨੂੰ ਇਹ ਤੁਸੀਂ ਕਹਿ ਰਹੇ ਹੋ ਅਸੀਂ ਗੋਇੰਦਵਾਲ ਪਹੁੰਚਾਵਾਂਗੇ, ਸੇਵਾ ਕਰਾਂਗੇ। ਤਾਂ ਉਹਨਾਂ ਨੇ ਇੱਕ ਪੱਤਰ ਦਿਖਾਇਆ ਸੀ, ਆ ਪੱਤਰ ਮੇਰੇ ਕੋਲ ਹੈ। ਉਹ ਇਹਦੇ ਉੱਤੇ ਇਹ ਲਿਖਿਆ ਹੋਇਆ ਕਿ ਅਸੀਂ ਜਿਹੜਾ ਸੇਵਾ ਸੰਭਾਲ ਕਰਨੀ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਹੋ ਚੁੱਕੇ ਸਰੂਪਾਂ ਦੀ। ਹੁਣ ਇਹ ਪੱਤਰ ਦੇਣ ਵਾਲੀ ਸੰਸਥਾ ਕੌਣ ਹੈ, ਇਹ ਬੰਦੇ ਕੌਣ ਨੇ, ਇਹਨਾਂ ਦਾ ਕੋਈ ਜ਼ਿਕਰ ਨਹੀਂ। ਤੇ ਇਸੇ ਤਰ੍ਹਾਂ ਦੇ ਪੱਤਰ ਉੱਤੇ ਵਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੋਇੰਦਵਾਲ ਸਾਹਿਬ ਪਹੁੰਚਾਉਣ ਵਾਸਤੇ ਆਗਿਆ ਹੈ, ਇਹ ਲਿਖ ਕੇ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਹਸਤਾਖਰ ਨੇ। ਮੈਂ 2015 ਤੋਂ ਬਾਰ-ਬਾਰ ਇਹ ਪੁੱਛ ਰਿਹਾ ਵੀ ਇਹ ਭਾਈ ਗਿਆਨੀ ਗੁਰਬਚਨ ਸਿੰਘ ਸਪਸ਼ਟ ਕਰਨ, ਸ਼੍ਰੋਮਣੀ ਕਮੇਟੀ ਦੱਸੇ ਇਹ ਸਰੂਪ ਕਿੱਥੇ ਨੇ। ਇਹ ਅਮਰਗੜ੍ਹ ਥਾਣੇ ਦੇ ਵਿੱਚ ਜੀ FIR ਹੋਈ ਹੈ, ਸਾਰਾ ਕੁਝ ਮੇਰੇ ਕੋਲ ਰਿਕਾਰਡ ਹੈ, ਖਬਰਾਂ ਲੱਗੀਆਂ ਨੇ ਸਾਰੀਆਂ। ਆਹ ਦੇਖ ਲਓ, ਇਹ ਸਰੂਪ ਕਿੱਧਰ ਗਏ ਕਿਸੇ ਨੂੰ ਕੋਈ ਪਤਾ ਨਹੀਂ। ਮਾਮਲਾ ਇਦਾਂ ਹੀ ਰਫਾ ਦਫਾ ਕਰ ਦਿੱਤਾ ਗਿਆ। ਸਾਰਾ ਕੁਝ ਉਸ ਵੇਲੇ ਦੀਆਂ ਖਬਰਾਂ ਸਾਰਾ ਮੈਂ ਸਾਂਭ ਕੇ ਰੱਖਿਆ ਹੋਇਆ। ਸਾਡੇ ਗੁਰਦੁਆਰਾ ਹਾਦਾ ਨਾਰਾ ਸਾਹਿਬ ਦੇ ਉੱਥੇ ਗ੍ਰੰਥੀ ਸਿੰਘ ਭਾਈ ਨਰਿੰਦਰਪਾਲ ਸਿੰਘ ਉਹਨਾਂ ਨੇ ਵੀ ਪੱਤਰ ਵੀ ਲਿਖਿਆ, SGPC ਨੂੰ ਲਿਖਿਆ, ਜਥੇਦਾਰਾਂ ਨੂੰ ਲਿਖਿਆ, ਤੇ ਕੋਈ ਸੁਣਵਾਈ ਨਹੀਂ ਹੋਈ, ਕੁਛ ਨਹੀਂ ਹੋਇਆ। ਤੇ ਮੈਂ ਇਹ ਸਾਰੇ ਡਾਕੂਮੈਂਟ ਉਹਨਾਂ ਨੂੰ ਦਿੱਤੇ। ਤੇ ਇਹ ਮੇਰਾ ਫਰਜ਼ ਬਣਦਾ ਸੀਗਾ ਜੀ, ਮੈਂ ਸੱਭਿਅਕ ਤਰੀਕੇ ਨਾਲ ਗੱਲ ਰੱਖੀ ਹੈ। ਸਾਨੂੰ ਕੋਈ ਵੀ ਆਗੂ ਹੈ, ਸਾਨੂੰ ਪੁੱਛਣਾ ਚਾਹੀਦਾ, ਰਿਸਪੈਕਟਫੁਲੀ ਅਸੀਂ ਪੁੱਛਿਆ ਜੀ। ਜਿਹੜੇ ਤੁਸੀਂ 35 ਸਰੂਪਾਂ ਦੀ ਗੱਲ ਕਰਦੇ ਹੋ, 250 ਪੋਥੀਆਂ ਦੀ ਗੱਲਬਾਤ ਕਰਦੇ ਹੋ, ਕੀ ਬਿਰਧ ਅਵਸਥਾ ਦੇ ਵਿੱਚ ਸੀ? ਨਹੀਂ ਵੀਰ ਜੀ, ਇਹ ਅਸਲ 'ਚ ਕੀ ਸੀ ਵੀ ਬਿਰਧ ਅਵਸਥਾ ਨਹੀਂ, ਇਹਨਾਂ ਨੇ ਵੈਸੇ ਹੀ ਬਹਾਨਾ ਬਣਾ ਕੇ ਬਿਰਧ ਦਾ, ਕਿਉਂਕਿ ਪਿੰਡਾਂ ਵਿੱਚ ਲੋਕ ਕਿਤੇ ਸਾਡੀ ਵੀ ਇਹ ਨਲਾਇਕੀ ਹੈਗੀ ਵੀ ਅਸੀਂ ਧਿਆਨ ਨਹੀਂ ਦਿੰਦੇ, ਉਹ ਬਸ ਇਦਾਂ ਹੀ ਚੱਕ ਕੇ ਲੈ ਗਏ। ਬਿਰਧ ਨਹੀਂ ਉਹਨਾਂ ਨੇ ਕੋਈ ਦੇਖਿਆ, ਜਿਹੜਾ ਉਹਨਾਂ ਨੂੰ ਲੱਗਿਆ ਹੱਥ ਲਿਖਤ ਜਾਂ ਹੋਰ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਥੇ ਸਾਡੇ ਨੇੜੇ ਪਿੰਡ ਕੁੰਨਰਾ ਹੈਗਾ।
ਕੁੰਦਰਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਲੌਂਗੋਵਾਲ ਦੇ ਨੇੜੇ। ਉੱਥੋਂ ਵੀ ਇੱਕ ਹੱਥ ਲਿਖਤ ਸਰੂਪ ਹੈ ਉੱਥੇ। ਉਹ ਸਰੂਪ ਜਿਹੜਾ ਸੀਗਾ ਲੈ ਗਏ ਸੀ ਚੱਕ ਕੇ। ਸਾਡੇ ਉੱਥੇ ਬਹੁਤ ਸੁਚੇਤ ਵੀਰ ਨੇ ਆਸੇ-ਪਾਸੇ ਇਲਾਕੇ ਵਾਲੇ, ਅਸੀਂ ਉਹਨਾਂ ਨਾਲ ਰੌਲਾ ਪਾਇਆ ਸੀ ਬੰਦਿਆਂ ਨਾਲ। ਸਾਨੂੰ ਉਦੋਂ ਇਹ ਨਹੀਂ ਸੀ ਪਤਾ ਵੀ ਇਹ ਐਡਾ ਵੱਡਾ ਇਹ ਇੱਥੇ ਕਰਦੇ ਫਿਰਦੇ ਨੇ, ਖਲਾਰਾ ਪਾਉਂਦੇ ਫਿਰਦੇ ਨੇ। ਤਾਂ ਉਹ ਸਰੂਪ ਕੁੰਦਰਾ ਵਾਲੇ ਸੰਗਤ ਨੇ ਵਾਪਸ ਮੰਗਵਾ ਲਿਆ ਉੱਥੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਤਰ੍ਹਾਂ ਦੇ ਜਿਹੜੇ ਸਵਾਲ ਸੀਗੇ, ਮੈਂ ਬੀਬੀ ਜੀ ਨੂੰ ਕਿਹਾ ਸੀ ਵੀ ਤੁਸੀਂ ਹੁਣ ਤੁਰੰਤ ਉੱਠੋ ਅਤੇ ਮੇਰੀਆਂ ਗੱਲਾਂ ਦੇ ਜਵਾਬ ਦੇ ਦਿਓ ਰਿਸਪੈਕਟਫੁਲੀ। ਪਰ ਉਹਨਾਂ ਨੇ ਬਾਅਦ ਦੇ ਵਿੱਚ ਮਤਲਬ ਇਹ ਕਿਹਾ ਵੀ ਮੈਂ ਵੀ ਉਹਨਾਂ ਨੇ 3-4 ਵਾਰੀ ਇਹ ਗੱਲ ਦੁਹਰਾਈ ਕਿ ਮੈਂ ਭਾਈ ਸਾਹਿਬ ਦਾ ਸਤਿਕਾਰ ਕਰਦੀ ਹਾਂ ਅਤੇ ਮੈਂ ਇਹ ਪ੍ਰਚਾਰਕ ਨੇ ਵੀ ਮੈਂ ਮਾਝੀ ਸਾਹਿਬ ਨੂੰ ਇਹ ਲਿਖਤੀ ਸਾਰੇ ਜਵਾਬ ਭੇਜਾਂਗੇ। ਇਹ ਤੁਰੰਤ ਤੁਹਾਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਇਸ 'ਤੇ ਕਾਰਵਾਈ ਕਰਾਂਗੇ, ਇਹ ਸਰੂਪਾਂ ਪਤਾ ਕਰਾਂਗੇ, ਜਾਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਜਾਂ ਜਿੰਨੇ ਵੀ ਤੁਸੀਂ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ? ਵੈਸੇ ਮੈਨੂੰ ਤਾਂ ਮੈਂ ਇਹ ਚਾਹੁੰਦਾ ਸੀ ਕਿ ਉਹ ਤੁਰੰਤ ਇਹਨਾਂ ਗੱਲਾਂ 'ਤੇ ਜਵਾਬ ਦੇ ਦੇਣ, ਅਤੇ ਕਿਉਂਕਿ ਕੋਈ ਔਖਾ ਕੰਮ ਨਹੀਂ ਸੀ। ਪਰ ਉਹ ਕਹਿੰਦੇ ਚਲੋ ਲਿਖਤੀ ਦੇਵਾਂਗੇ, ਅਸੀਂ ਲਿਖਤੀ ਜਵਾਬ ਦੇਵਾਂਗੇ। ਅਤੇ ਮੈਨੂੰ ਕੋਈ ਮਤਲਬ ਅਸੀਂ ਵੇਟ ਕਰ ਰਹੇ ਹਾਂ ਜੀ ਕਦੋਂ ਉਹਨਾਂ ਦੇ ਲਿਖਤੀ ਜਵਾਬ ਆਉਂਦੇ ਆ। ਜਿਹੜੇ ਵੀ ਜਵਾਬ ਉਹਨਾਂ ਦੇ ਲਿਖਤੀ ਆਉਣਗੇ ਉਹ ਅਸੀਂ ਸੰਗਤ ਦੀ ਕਚਹਿਰੀ 'ਚ ਰੱਖਾਂਗੇ ਵੀ ਆਹ ਜਵਾਬ ਨੇ। ਫਿਰ ਉਹ ਸਮੁੱਚੇ ਤੌਰ 'ਤੇ ਦੇਖਾਂਗੇ ਵੀ ਉਹ ਜਵਾਬ ਸਾਨੂੰ ਸੰਤੁਸ਼ਟ ਕਰਦੇ ਆ ਜਾਂ ਅਸੀਂ ਦੁਬਾਰਾ ਫਿਰ ਤੋਂ ਸਵਾਲ ਕਰੀਏ। ਸੋ ਇਹ ਗੱਲ ਹੈਗੀ। ਪਤਾ ਤਾਂ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆ, ਆਗੂਆਂ ਨੂੰ ਵੀ ਆ, ਜਥੇਦਾਰਾਂ ਨੂੰ ਵੀ ਆ, ਪ੍ਰਧਾਨ ਜੀ ਨੂੰ ਵੀ ਪਤਾ, ਸਿੱਖ ਸੰਗਤਾਂ ਨੂੰ ਵੀ ਪਤਾ ਅਤੇ ਸਿੱਖ ਸੰਸਥਾਵਾਂ ਨੂੰ ਵੀ ਪਤਾ। ਆਖਿਰ ਇੱਦਾਂ ਹੋ ਕਿਉਂ ਰਿਹਾ? ਸਿੱਖਾਂ ਦੇ ਨਾਲ ਸਿੱਖ ਹੀ ਵਿਤਕਰਾ ਕਰ ਰਿਹਾ, ਇਨਸਾਫ ਕਿਉਂ ਨਹੀਂ ਮਿਲ ਰਿਹਾ? ਇੱਦਾਂ ਦਾ ਸਭ ਕੁਝ ਕਿਉਂ ਹੋ ਰਿਹਾ? ਦੇਖੋ ਜੀ, ਗੱਲ ਇਹ ਹੈ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਉਸ ਦਿਨ ਵੀ ਕਿਹਾ ਵੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਆ ਜੀ। ਪਰ ਉੱਥੇ ਇਸ ਕਿਸਮ ਦੇ ਬੰਦੇ ਬਾਦਲ ਕੇ ਕਾਬਜ਼ ਨੇ ਜਿਹੜੇ ਕਿ ਮਨਮਾਨੀਆਂ ਕਰਦੇ ਨੇ, ਹਮੇਸ਼ਾ ਗੁਰੂ ਪਾਤਸ਼ਾਹ ਜੀ ਦੇ ਉਲਟ ਭੁਗਤਦੇ ਨੇ, ਸਿੱਖੀ ਦੇ ਉਲਟ ਭੁਗਤਦੇ ਆ। ਤੁਸੀਂ ਦੇਖੋ 2015 ਦੇ ਵਿੱਚ ਜੋ ਕੁਝ ਵਾਪਰ ਰਿਹਾ ਸੀਗਾ, ਉਸ ਸਮੇਂ ਦੇ ਦੌਰਾਨ ਕੋਈ ਉਸ ਵਕਤ ਸ਼੍ਰੋਮਣੀ ਜਦੋਂ ਬੱਚਾ ਸੜਕਾਂ 'ਤੇ ਆ ਗਿਆ ਸੀ, ਉਸ ਵਕਤ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਕੋਈ ਜ਼ਿੰਮੇਵਾਰ ਬੰਦੇ ਨੇ ਜਿਹੜੇ ਉਸ ਵਕਤ ਸੀਗੇ, ਉਹਨਾਂ ਨੇ ਕੋਈ ਵਿਰੋਧਤਾ ਜ਼ਾਹਰ ਕੀਤੀ ਹੋਵੇ, ਕੋਈ ਰੋਸ ਪ੍ਰਗਟਾਇਆ ਹੋਵੇ, ਕੋਈ ਰੋਸ ਪ੍ਰਦਰਸ਼ਨ ਕੀਤਾ ਹੋਵੇ, ਇਹੋ ਜਿਹਾ ਕੁਛ ਨਹੀਂ ਹੋਇਆ ਜੀ। ਸੋ ਕੁੱਲ ਮਿਲਾ ਕੇ ਬਲਕਿ ਉਹ ਪੁਸਤਪਨਾਹੀ ਕਰਦੇ ਰਹੇ ਉਹਨਾਂ ਬੰਦਿਆਂ ਦੀ ਜਿਹੜੇ ਗੁਰੂਸਰ ਦੇ ਵਿੱਚ ਇੱਕ ਬੇਅਦਬੀ ਹੋਈ ਸੀ। ਗੁਰੂਸਰ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ 2 ਡੇਰਾ ਪ੍ਰੇਮੀ ਜਤਿੰਦਰਵੀਰ ਜਿੰਮੀ ਅਤੇ ਕੁਲਦੀਪ ਪ੍ਰੇਮੀ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਭਗਤਾ ਭਾਈਕਾ ਦੇ ਵਿੱਚ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹੋਈਆਂ ਸੀ। ਦੁਕਾਨ ਨੰਬਰ 80 ਅਤੇ 61 ਜਤਿੰਦਰਾ ਟੈਲੀਕਾਮ ਅਤੇ ਦੀਪ ਗਾਰਮੈਂਟਸ ਨਾਂ 'ਤੇ ਇਹ ਦੁਕਾਨਾਂ ਸੀਗੀਆਂ। ਤਾਂ ਸਾਡੇ ਵੀਰ ਹਰਜੀਤ ਸਿੰਘ ਢਪਾਲੀ ਉਹਨਾਂ ਨੇ, ਗੋਬਿੰਦ ਸਿੰਘ ਲੌਂਗੋਵਾਲ ਉਦੋਂ ਪ੍ਰਧਾਨ ਸੀ, ਉਹਨਾਂ ਨੂੰ ਟੈਲੀਫੋਨ 'ਤੇ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ? ਉਹ ਕਹਿੰਦੇ ਜੀ ਕੋਈ ਨਹੀਂ, ਅਸੀਂ ਦੇਖਦੇ ਹਾਂ। ਫਿਰ ਮੈਂ ਕਿਹਾ ਦੇਖਦੇ ਹਾਂ ਨਹੀਂ, ਮੈਂ ਤੁਰੰਤ ਵੀਡੀਓ ਪਾਈ ਵੀ ਅਸੀਂ ਜੇ ਤੁਸੀਂ ਕੱਲ੍ਹ ਨੂੰ ਇਹ ਦੁਕਾਨਾਂ ਖਾਲੀ ਨਹੀਂ ਕਰਾਈਆਂ ਅਸੀਂ ਕੋਈ ਕਾਰਵਾਈ ਕਰਾਂਗੇ। ਤਾਂ ਇਹਨਾਂ ਨੇ ਉਹ ਦੁਕਾਨਾਂ ਜਿਹੜੀਆਂ ਉਹਨਾਂ ਤੋਂ ਖਾਲੀ ਕਰਵਾਈਆਂ ਸੀ। ਮੈਂ ਕਹਿਣਾ ਚਾਹੁੰਦਾ ਹਮੇਸ਼ਾ ਪੰਥ ਦੋਖੀਆਂ ਦੇ ਉਲਟ ਭੁਗਤਦੇ ਨੇ ਇਹ ਬਾਦਲ ਕਿਆਂ ਨੇ ਸਾਰਾ ਸਾਡਾ ਇਹ ਸੱਤਿਆਨਾਸ਼ ਕੀਤਾ ਹੋਇਆ ਜੀ। ਖਾਲਸਾ ਜੀ, 2017 ਤੋਂ ਬਾਅਦ ਬਹੁਤ ਸਾਰੀਆਂ SITਆਂ ਬਣੀਆਂ, ਹੁਣ ਫਿਰ ਨਵੀਂ ਇੱਕ SIT ਬਣ ਗਈ ਆ। ਲੱਗਦਾ ਕਿ ਇਸ SIT ਤੋਂ ਇਨਸਾਫ ਮਿਲ ਪਾਏਗਾ, ਅਸਲ ਦੋਸ਼ੀ ਫੜੇ ਜਾਣਗੇ, ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ? ਦੇਖੋ ਵੀਰ ਜੀ, ਇੱਕ ਤਾਂ ਜਿਹੜੀ SIT ਵਾਰ-ਵਾਰ ਬਣ ਰਹੀਆਂ ਨੇ, ਕਮਿਸ਼ਨ ਵੀ ਬਣ ਗਏ, ਅਸੀਂ ਤਾਂ ਹਰ ਥਾਂ 'ਤੇ ਬਿਆਨ ਦਰਜ ਕਰਵਾਏ ਆਉਂਦੇ ਹਾਂ। ਜਿਹੜੀ ਇਨਸਾਫ ਦੀ ਗੱਲ ਹੈ ਇਹ ਤਾਂ ਸਰਕਾਰ ਦੀ ਇੱਛਾ ਸ਼ਕਤੀ ਦੇ ਉੱਤੇ ਨਿਰਭਰ ਹੈ। 15 ਦਿਨ ਵੀ ਨਹੀਂ ਲੱਗਦੇ ਜੇ ਇਮਾਨਦਾਰੀ ਹੋਵੇ, ਸਾਰੀ ਤਫਤੀਸ਼ ਸਭ ਕੁਝ ਤਾਂ ਹੋਇਆ ਸਾਰਾ ਸਭ ਨੂੰ ਪਤਾ ਹੈ, ਬੱਚੇ ਨੂੰ ਪਤਾ ਹੈ ਬੇਅਦਬੀਆਂ ਕਿਹਨੇ ਕੀਤੀਆਂ, ਕਿਹਨੇ ਕਰਵਾਈਆਂ, ਮਾਸਟਰਮਾਈਂਡ ਕੌਣ ਹੈ ਬੇਅਦਬੀ ਘਟਨਾਕ੍ਰਮ ਦਾ। ਇਹ ਤਾਂ ਸਰਕਾਰ ਦੀ ਇੱਛਾ ਸ਼ਕਤੀ 'ਤੇ ਹੈ। 15 ਦਿਨ 'ਚ ਮਸਲਾ ਹੱਲ ਹੋ ਸਕਦਾ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸੌਦਾ ਸਾਹਿਬ ਤੋਂ ਇੰਨਾ ਡਰ ਕਿਉਂ ਲੱਗਦਾ ਇਹਨਾਂ ਨੂੰ? ਪ੍ਰੋਟੈਕਸ਼ਨ ਵਾਰੰਟ 'ਤੇ ਉਹਨੂੰ ਸੱਦੋ। ਸਾਡੇ ਸਿੱਖਾਂ ਦੇ ਤਾਂ ਤੁਸੀਂ ਬੇਕਸੂਰਾਂ ਦੇ ਫੜ ਕੇ ਚੱਡੇ ਪਾੜ ਦੀ ਸਰਕਾਰ ਕੋਈ ਵੀ ਹੋਵੇ। ਹਾਂਜੀ, ਸਾਡੇ ਰੁਪਿੰਦਰ ਜਸਵਿੰਦਰ ਉਹਨਾਂ 'ਤੇ ਕਟਾਪਾ ਕੀਤਾ ਬੁਰੀ ਤਰ੍ਹਾਂ। ਗੋਰਾ ਸਿੰਘ ਗ੍ਰੰਥੀ ਹੈ ਬੁਰਜਵਾਰ ਸਿੰਘ ਵਾਲਾ, ਔਰ ਉਹਦੀ ਘਰ ਵਾਲੀ ਨੂੰ, ਉਸ ਭੈਣ ਨੂੰ ਇੰਨਾ ਟੌਰਚਰ ਕੀਤਾ, ਉਹਦੇ ਬੱਚੇਦਾਨੀ ਤੱਕ ਪ੍ਰੋਬਲਮ ਆ ਗਈ। ਅਤੇ ਮਤਲਬ ਜੇ ਕੋਈ ਸਿੱਖ 'ਤੇ ਮਾੜਾ ਮੋਟਾ 19-21 ਲੱਗਦੀ ਵੀ ਹੈ, ਭਾਵੇਂ ਨਾ ਵੀ ਲੱਗੇ, ਉੱਦਾਂ ਹੀ ਫੜ ਕੇ ਸਿੱਖਾਂ ਨੂੰ ਪਾੜਨਾ ਫੜ ਕੇ ਸੌਖਾ ਹੈ। ਅਤੇ ਸੌਦਾ ਸਾਧ ਹੁਣ ਜਦੋਂ ਜੇਲ੍ਹ ਦੇ ਵਿੱਚ ਵੀ ਹੈ, ਉਹ ਬਲਾਤਕਾਰੀ ਵੀ ਹੈ, ਦੁਸ਼ਟ ਹੈ, ਨਿਪੁੰਸਕ ਕੀਤੇ ਉਹਨੇ ਬੰਦੇ, ਅਤੇ ਉਹ ਰੇਪਿਸਟ ਵੀ ਹੈ, ਸਭ ਕੁਛ ਹੈ ਉਹ। ਪਰ ਗੁੰਡਾ ਕਿੱਡਾ ਵੀ ਇੱਥੇ ਮੌੜ ਦੇ ਵਿੱਚ ਮਾਸੂਮਾਂ ਦੀਆਂ ਜਾਨਾਂ ਜਿਹੜੀਆਂ ਲਈਆਂ ਗਈਆਂ, ਜਿਹੜਾ ਧਮਾਕਾ ਹੋਇਆ ਵਿਧਾਨ ਸਭਾ ਚੋਣਾਂ ਦੇ ਵਕਤ, ਉਹ ਜਿਹੜੀ ਗੱਡੀ ਤਿਆਰ ਹੋ ਕੇ ਆਈ, ਉਹਦੇ ਡੇਰੇ 'ਚੋਂ ਤਿਆਰ ਹੋ ਕੇ ਆਈ। ਇਹਦੇ ਬਾਵਜੂਦ ਵੀ
ਮਤਲਬ ਇੰਨੀ ਅਜੇ ਵੀ ਸੌਦਾ ਸਾਧ ਤੋਂ ਪਤਾ ਨਹੀਂ ਖੌਫ ਹੈ ਜਾਂ ਅਜੇ ਤੱਕ ਵੀ ਉਹਦੀਆਂ ਵੋਟਾਂ ਦੀ ਇਹਨਾਂ ਨੂੰ ਝਾਕ ਹੈ, ਇਹ ਸਮਝ ਤੋਂ ਬਾਹਰ ਹੈ। ਖਾਸ ਤੌਰ ਤੇ ਕਿਉਂਕਿ ਹੁਣ ਮੌਜੂਦਾ ਸਰਕਾਰ ਕੈਪਟਨ ਦੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਤੁਰੰਤ ਇਹਦੇ ਤੇ ਕਾਰਵਾਈ ਕਰਨ, ਨਹੀਂ ਤਾਂ ਇਹ ਉਹਨਾਂ ਦਾ ਹਸਰ ਲੋਕ ਬਾਦਲਾਂ ਵਾਲਾ ਕਰ ਦੇਣਗੇ। ਇਸ ਤਰ੍ਹਾਂ ਇਹ ਡਰਾਮੇ ਚੱਲਣੇ ਨਹੀਂ ਲੰਬਾ। ਪਰ ਜਿਹੜੀਆਂ ਪਹਿਲਾਂ SITਆਂ ਬਣੀਆਂ ਜਾਂ ਉਹਨਾਂ ਦੀਆਂ ਰਿਪੋਰਟਾਂ ਬਣ ਕੇ ਆਈਆਂ, ਕੀ ਤੁਸੀਂ ਉਸ ਤੋਂ ਸੈਟੀਸਫਾਈ ਹੋ, ਸੰਤੁਸ਼ਟ ਹੋ? ਦੇਖੋ ਜੀ, ਅਸੀਂ ਤਾਂ ਇਹ ਕਹਿੰਦੇ ਆ SITਆਂ ਬਣਦੀਆਂ, ਇਹ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੱਲ ਸ਼ੁਰੂ ਕਰ ਲੈਂਦੇ ਆ ਜਿੱਥੇ ਆਪਾਂ ਦੀਵਾਨ ਲਾਏ ਸੀ ਜੀ। ਕਿ ਉੱਥੇ ਜੀ ਹਰਜਿੰਦਰ ਸਿੰਘ ਮਾਝੀ ਨੇ ਪ੍ਰਚਾਰ ਕੀਤਾ, ਉੱਥੇ ਲੋਕਟ ਲਾ ਕੇ ਡੇਰਾ ਪ੍ਰੇਮੀ ਸੁੱਟ ਗਏ। ਉੱਥੋਂ ਗੱਲ ਸ਼ੁਰੂ ਕਰਕੇ ਫਿਰ ਇਹ 5 4 5 6 ਡੇਰਾ ਪ੍ਰੇਮੀਆਂ ਤੱਕ ਲਿਆ ਕੇ ਗੱਲ ਮੁਕਾ ਦਿੰਦੇ ਆ। ਫਿਰ ਕੋਈ ਨਵੀਂ SIT ਬਣ ਜਾਂਦੀ ਹੈ, ਕਦੇ ਹਾਈ ਕੋਰਟ SIT ਨੂੰ ਰੱਦ ਕਰ ਦਿੰਦੀ ਹੈ। ਉਹ ਜਿੰਨਾ ਕੁਝ ਵੀ ਚੱਲ ਰਿਹਾ ਇਹ ਬਹੁਤ ਨਿਰਾਸ਼ਾਜਨਕ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਮਾਸਟਰ ਮਾਈਂਡ ਤੱਕ ਪਹੁੰਚ ਕਰੋ ਤੇ ਗੁਰਮੀਤ ਰਾਮ ਰਹੀਮ ਤੱਕ। ਗੋਲੀकांड ਸੁਮੇਧ ਸੈਣੀ, ਸੁਖਬੀਰ ਬਾਦਲ ਹੋਰਾਂ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ, ਉਹਨਾਂ ਨੂੰ ਪੁੱਛੋ। ਉਹਨਾਂ ਦੀ ਤਾਂ ਜੇ ਪੁੱਛਗਿੱਛ ਹੁੰਦੀ ਹੈ ਫਿਰ ਵੀ ਬਾਦਲ ਕੇ ਰੋਣ ਪਿੱਟਣ ਲੱਗ ਜਾਂਦੇ ਆ ਵੀ ਤੁਹਾਡੀ ਪੁੱਛਗਿੱਛ ਕਿਉਂ ਹੋ ਗਈ, ਤੇ ਸਾਡੇ ਬੇਕਸੂਰਾਂ ਦੇ ਚੱਡੇ ਪਾੜ ਦਿੰਦੇ ਆ ਫੜ ਕੇ। ਵੇਖੋ ਕਿਹੋ ਜਿਹਾ ਦੁਖਾਂਤ ਹੈ। ਸੋ ਚੰਗੀ ਤਰ੍ਹਾਂ ਇਹਨਾਂ ਤੋਂ ਪੁੱਛਗਿੱਛ ਹੋਵੇ, ਸਭ ਕੁਝ ਸਾਹਮਣੇ ਆ, ਸਾਰਾ ਕੁਝ, ਕੋਈ ਟਾਈਮ ਨਹੀਂ ਫਿਰ ਲੱਗਣਾ। ਖਾਲਸਾ ਜੀ, ਜਿੰਨੀਆਂ ਵੀ SITਆਂ ਬਣੀਆਂ ਉਹਨਾਂ ਦੇ ਸੀਨੀਅਰ ਆਫੀਸਰ ਹੋਏ ਆ, ਖਾਸ ਤੌਰ ਤੇ ਰਿਪੋਰਟਾਂ ਦੇਣ ਤੋਂ ਬਾਅਦ ਦੂਜੀ ਧਿਰ ਰਿਪੋਰਟ ਰੱਦ ਕਰ ਦਿੰਦੀ ਹੈ, ਕਦੇ ਹਾਈ ਕੋਰਟ ਰੱਦ ਕਰ ਦਿੰਦੀ ਹੈ, ਕਦੇ ਕੋਈ ਕਰ ਦਿੰਦਾ। ਇਸ ਤੋਂ ਬਾਅਦ ਉਹ ਸੀਨੀਅਰ ਆਫੀਸਰ ਸਿਆਸੀ ਸਰਨ ਕਿਉਂ ਲੈਂਦੇ, ਸਿਆਸੀ ਪਾਰਟੀਆਂ 'ਚ ਕਿਉਂ ਜਾਂਦੇ ਆ? 2-3 ਤੁਸੀਂ ਖੁਦ ਹੀ ਦੇਖ ਰਹੇ ਹੋ, ਹੁਣ ਕੁੰਵਰ ਵਿਜੇ ਪ੍ਰਤਾਪ ਹੋਣੇ ਗਏ, ਇਸ ਤੋਂ ਪਹਿਲਾਂ ਜਸਟਿਸ ਜੋਰਾ ਸਿੰਘ ਹੋਣੇ ਗਏ। ਦੇਖੋ, ਮੈਂ ਇਹ ਸਮਝਦਾ ਜੀ, ਜਿਹੜਾ ਕਿਸੇ ਨੇ ਸਿਆਸਤ ਕਰਨੀ ਹੈ, ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਜਿਹੜਾ ਸਿਆਸਤ ਕਰਨ, ਜਿਵੇਂ ਜਿਹਨੂੰ ਠੀਕ ਲੱਗਦਾ ਕਰਨ। ਪਰ ਇਹਨੂੰ ਇਹ ਭੁਲੇਖਾ ਕਿਸੇ ਦੇ ਮਨ ਵਿੱਚ ਨਹੀਂ ਹੋਣਾ ਚਾਹੀਦਾ ਵੀ ਅਸੀਂ ਇਸ ਤਰ੍ਹਾਂ ਇਸ ਮਸਲੇ ਦੇ ਉੱਤੇ ਬਣਾ ਕੇ ਆਪਣੀ ਇਮੇਜ ਵੀ ਅਸੀਂ ਚਲੋ ਹੁਣ ਸਿਆਸਤ ਵਿੱਚ ਚੱਲੇ ਹਾਂ ਅਤੇ ਉੱਧਰ ਸਾਡਾ ਕੁਝ ਇਸ ਤਰ੍ਹਾਂ ਬਣ ਜਾਊਗਾ। ਕਿਉਂਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਪਹਿਲਾਂ ਵੀ ਜਸਟਿਸ ਜੋਰਾ ਸਿੰਘ ਸੀਗੇ, ਉਹ ਵੀ ਸਿਆਸਤ ਵਿੱਚ ਆ ਗਏ, ਜਾਂ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਗਏ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲਾਂ ਦਾ ਕੋਈ ਮਤਲਬ ਹੈ ਵੀ ਸਿਆਸਤ 'ਚ ਆ ਕੇ ਕੋਈ ਜ਼ਿਆਦਾ ਕੁਝ ਕਰ ਲੈਣਗੇ। ਅਤੇ ਇਹਦੇ ਨਾਲ ਤਾਂ ਮਤਲਬ ਹੋਰ ਰੂਪ ਹੀ ਹੋਰ ਬਦਲ ਜਾਂਦਾ ਗੱਲ ਦਾ। ਸੋ ਹੁਣ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਚਲਾਨ 9 ਕਿਉਂ ਪੇਸ਼ ਕੀਤੇ ਗਏ, 10ਵਾਂ ਚਲਾਨ ਆਉਣਾ ਸੀ, ਇਕੱਠਾ ਵੀ ਹੋ ਸਕਦਾ ਸੀ। ਸੋ ਇਹ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ ਵਿੱਚ ਜ਼ਰੂਰ ਨੇ। ਪਰ ਮੈਂ ਇਹ ਜ਼ਰੂਰ ਕਹਿਣਾ ਵੀ ਸਾਡਾ ਤਾਂ ਸਿੱਧਾ ਜਿਹਾ ਮਸਲਾ ਹੈ, ਜਿਹਨੇ ਸਿਆਸਤ ਕਰਨੀ ਹੈ ਕਰੇ, ਜੋ ਮਰਜ਼ੀ ਕਰਨ। ਵੀ ਅਸੀਂ ਕਹਿੰਦੇ ਘਟਨਾ ਵਾਪਰੀ ਹੈ, ਘਟਨਾ ਦੇ ਦੋਸ਼ੀਆਂ ਤੱਕ ਪਹੁੰਚ ਕਰੋ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕਰੋ। ਭਵਿੱਖ ਦੇ ਵਿੱਚ ਕੋਈ ਘਟਨਾ ਨਾ ਵਾਪਰੇ। 1986 ਦੇ ਵਿੱਚ ਨਕੋਦਰ ਕਾਂਡ ਵਾਪਰਿਆ, ਹਮਦਰਦ TV ਤੇ ਘੋਲੀਆ ਸਾਹਿਬ ਤੁਸੀਂ ਇਹ ਗੱਲ ਕੀਤੀ ਸੀ ਮੇਰੇ ਨਾਲ ਉਦੋਂ ਲੰਮੀ ਚੌੜੀ। ਉਹ ਕਿੱਡਾ ਦੁਖਾਂਤ ਕਾਂਡ ਹੈ ਉਹ। ਤੇ ਜੇ ਉਹਦੇ ਬਣਦੇ ਕਾਰਵਾਈ ਹੋ ਜਾਂਦੀ ਉਦੋਂ ਬਰਨਾਲਾ ਸਰਕਾਰ ਵਕਤ, ਤੇ ਭਵਿੱਖ ਵਿੱਚ ਹੋ ਸਕਦਾ ਨਾ ਵਾਪਰਦਾ। ਮਤਲਬ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਤੁਸੀਂ ਬੇਅਦਬੀਆਂ ਕਰਨ ਵਾਲਿਆਂ ਦੀ ਪੁਸਤ ਪਨਾਹੀ ਕਰੋਗੇ ਤਾਂ ਉਹ ਗੁੰਡਾ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਤੇ ਇਹਦੇ ਨਾਲ ਨੁਕਸਾਨ ਹੁੰਦਾ, ਸਮਾਜ ਦਾ ਨੁਕਸਾਨ ਹੁੰਦਾ, ਲੋਕਾਂ ਦਾ ਨੁਕਸਾਨ ਹੁੰਦਾ। ਵੀ ਨਿੱਤ ਦਿਨ ਹੁਣ ਤਾਂ ਬੇਅਦਬੀਆਂ, ਹੁਣ ਤਾਂ ਅਸੀਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਤੁਰੇ ਫਿਰਦੇ ਹਾਂ ਜੀ। ਬਸ ਬੇਅਦਬੀ ਹੁੰਦੀ ਹੈ, 2-4 ਦਿਨ ਰੌਲਾ ਪਾਉਂਦੇ ਹਾਂ ਅਸੀਂ, ਫਿਰ ਕੀ ਕਰੀਏ, ਮਤਲਬ ਜਿੰਨਾ ਕਿ ਆਵਾਜ਼ ਬੁਲੰਦ ਕਰਦੇ ਹਾਂ ਬਸ ਉਦੋਂ ਬਾਅਦ ਫਿਰ ਹੋਰ ਥਾਂ ਤੇ ਬੇਅਦਬੀ ਹੋ ਜਾਂਦੀ ਹੈ। ਬਹੁਤ ਦੁਖਾਂਤ ਵਾਪਰ 2015 'ਚ ਜਦੋਂ ਇਹ ਘਟਨਾਕ੍ਰਮ ਵਾਪਰਿਆ, ਬੁਰਜ ਜਵਾਹਰ ਸਿੰਘ ਵਾਲਾ ਬਗਰਾੜੀ ਕਾਂਡ ਹੋਇਆ, ਉਸ ਤੋਂ ਬਾਅਦ ਬਹੁਤ ਵੱਡਾ ਬਵਾਲ ਉੱਠਿਆ ਸੀਗਾ, ਵੱਡਾ ਸੰਘਰਸ਼ ਉੱਠਿਆ ਸੀ। 2 ਸਿੰਘ ਵੀ ਜਿਹੜੇ ਸ਼ਹੀਦ ਕਰਵਾ ਲਏ ਸੀ। ਉਦੋਂ ਲੱਗਦਾ ਸੀ ਕਿ ਇਨਸਾਫ ਮਿਲ ਜੂਗਾ, ਕਿਉਂਕਿ ਸਰਕਾਰ ਝੁਕੀ ਹੋਈ ਸੀ, ਰੁਕੀ ਹੋਈ ਸੀ, ਸਰਕਾਰ ਦੇ ਸਾਹ ਰੁਕ ਕੇ ਸੀ, ਸਰਕਾਰ ਮਜਬੂਰ ਹੋ ਚੱਲੀ ਸੀ। ਪਰ ਉਦੋਂ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਸਿੱਖ ਪ੍ਰਚਾਰਕ, ਸਿੱਖ ਆਗੂ, ਧਾਰਮਿਕ ਆਗੂ ਅੱਜ ਕਿਉਂ ਨਹੀਂ ਬੋਲ ਰਹੇ? ਕਿਸੇ ਦਬਦਬਾ ਥੱਲੇ ਆ, ਡਰ ਗਏ, ਅੱਕ ਗਏ ਜਾਂ ਥੱਕ ਗਏ? ਦੇਖੋ, ਇਹ ਤਾਂ ਉਹ ਸਾਡੇ ਸਤਿਕਾਰਯੋਗ ਸਿੱਖ ਪ੍ਰਚਾਰਕਾਂ ਨੂੰ ਜਾਂ ਸਿੱਖ ਆਗੂਆਂ ਨੂੰ ਵੀ ਪੁੱਛਿਆ ਜਾ ਸਕਦਾ ਵੀ ਕੀ ਕਾਰਨ ਹੈ ਇਹਦੇ ਪਿੱਛੇ। ਪਰ ਜਿੱਥੋਂ ਤੱਕ ਆਪਾਂ ਆਪਣੀ ਜ਼ਿੰਮੇਵਾਰੀ ਲੈ ਸਕਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨੇ ਜੋਗੇ ਹਾਂ ਲਗਾਤਾਰ ਆਵਾਜ਼ ਬੁਲੰਦ ਕਰਨ ਦੀ। ਜਦੋਂ 2015 'ਚ ਬੇਅਦਬੀ ਘਟਨਾਕ੍ਰਮ ਵਾਪਰਿਆ, ਅਸੀਂ ਬਾਦਲਾਂ ਦੇ ਡਟ ਕੇ ਖਿਲਾਫ ਬੋਲੇ ਵੀ ਆ ਤੁਹਾਡੇ ਰਾਜ ਕੀ ਹੋ ਰਿਹਾ ਸੀ। ਇਹ ਪੰਕਤੀਆਂ ਲੋਕਾਂ ਨੂੰ ਗਾ ਗਾ ਕੇ ਸੁਣਾਈਆਂ, ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ ਰਾਜੇ ਸ਼ੀ ਮੁਕੱਦਮ ਕੁੱਤੇ। ਤੇ ਅੱਜ ਜੇ ਕੈਪਟਨ ਕਿਆਂ ਦੇ ਰਾਜ ਵਿੱਚ ਹੋ ਰਿਹਾ, ਕੈਪਟਨ ਕਿ ਮੋਤੀ ਮਹਿਲ ਤੋਂ ਸਿਰਫ 12-13 ਕਿਲੋਮੀਟਰ ਪੈਂਦਾ ਪਿੰਡ ਕਲਿਆਣ, ਉੱਥੇ ਇਤਿਹਾਸਕ ਸਫਰੀ ਸਰੂਪ ਸੀਗਾ, ਬਿਲਕੁਲ ਛੋਟਾ ਸਾਈਜ਼ ਹੁੰਦਾ ਉਹ ਸਰੂਪ ਜਦੋਂ ਚੁੱਕਿਆ ਗਿਆ, ਉਹ ਵੀ ਸਾਡੇ ਵੀਰ ਹਰਜੀਤ ਸਿੰਘ ਢਪਾਲੀ ਉਹਨਾਂ ਨੇ ਸਭ ਤੋਂ ਪਹਿਲਾਂ ਗੱਲ ਕੀਤੀ। ਫਿਰ ਅਸੀਂ ਦੋਨੋਂ ਜਾਣੇ ਉੱਥੇ ਗਏ, ਹੋਰ ਸੰਗਤਾਂ ਵੀ ਗਈਆਂ। ਅਸੀਂ ਕੈਪਟਨ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਗੱਲ ਕਹਿਣਾ ਚਾਹੁੰਦੇ ਹਾਂ, ਵਾਰ-ਵਾਰ ਅਸੀਂ ਕਹਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਤਾਂ ਕਦੇ ਰੋਟੀ ਵੀ ਨਹੀਂ ਸੀ ਪੱਕਦੀ। ਇਹਨਾਂ ਦਾ ਟੱਬਰ ਤਾਂ ਭੁੱਖਾ ਮਰਦਾ ਸੀ, ਇਹਨਾਂ ਦੇ ਚੁੱਲ੍ਹੇ ਠੰਡੇ ਹੋਏ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਦੇ
ਪੁਰਖੇ ਕਾਲਾ ਚੌਧਰੀ ਦੇ ਭਤੀਜਿਆਂ ਨੇ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਕੋਲ ਜਾ ਕੇ ਆਪਣਾ ਢਿੱਡ ਖੜਕਾਇਆ ਕਿ ਅਸੀਂ ਭੁੱਖੇ ਮਰਦੇ ਹਾਂ, ਸਾਡੇ ਘਰੇ ਰੋਟੀ ਨਹੀਂ ਪੱਕਦੀ। ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਡੇ ਕੋਈ ਤੋਟ ਨਹੀਂ ਆਉਣੀ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਅਮਰਿੰਦਰ ਸਿੰਘ, ਤੈਨੂੰ ਅੱਜ ਵੀ ਪੰਜਾਬ ਦੇ ਲੋਕ ਪਸੰਦ ਕਰਦੇ ਆ, ਪਰ ਕਿਹੜੇ ਕੈਪਟਨ ਨੂੰ? ਜਿਹੜਾ ਕੈਪਟਨ 1984 ਦੇ ਵਿੱਚ ਅਸਤੀਫਾ ਦੇ ਦਿੰਦਾ ਜੀ, ਜਿਹੜਾ ਕੈਪਟਨ ਬਰਨਾਲਾ ਸਰਕਾਰ ਵਕਤ ਜਦੋਂ 1986 ਚ ਬਲੈਕ ਥੰਡਰ ਹੁੰਦਾ ਉਦੋਂ ਅਸਤੀਫਾ ਦੇ ਦਿੰਦਾ, ਉਹ ਕੈਪਟਨ ਨੂੰ ਤਾਂ ਅੱਜ ਵੀ ਲੋਕ ਪਸੰਦ ਕਰ ਲੈਣਗੇ। ਪਰ ਅੱਜ ਜਿਹੜਾ ਕੈਪਟਨ, ਜਿਹੜਾ ਐਂ ਲੱਗਦਾ ਬਾਦਲਾਂ ਨਾਲ ਰਲਿਆ ਹੋਇਆ, ਜਿਹੜਾ ਐਂ ਲੱਗਦਾ ਬੇਅਦਬੀਆਂ ਘਟਨਾਕ੍ਰਮ ਦੇ ਉੱਤੇ ਮਤਲਬ ਚੱਜ ਨਾਲ ਜਾਂਚ ਪੜਤਾਲ ਹੀ ਨਹੀਂ ਕਰਵਾ ਰਿਹਾ, ਇਸ ਕੈਪਟਨ ਨੂੰ ਤਾਂ ਲੋਕ ਰੱਦੀ ਦੀ ਟੋਕਰੀ 'ਚ ਸੁੱਟਣਗੇ। ਇਹ ਕੈਪਟਨ ਨੂੰ ਨਹੀਂ ਲੋਕ ਚੰਗਾ ਸਮਝਦੇ। ਸੋ ਕੈਪਟਨ ਨੂੰ ਚਾਹੀਦਾ ਹੈ, ਦੇਖੋ ਗੁਰੂਆਂ ਦੀ ਬਖਸ਼ਿਸ਼ ਹੋਈ ਹੋਈ ਹੈ, ਉਸ ਬਖਸ਼ਿਸ਼ ਦਾ ਅਹਿਸਾਸ ਕਰੋ। ਅੱਜ ਵੀ ਉਹੀ ਗੁਰੂ ਹੈ ਸਾਡਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਤੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਮੋਤੀ ਮਹਿਲ ਚੋਂ ਬਾਹਰ ਨਿਕਲ ਕੇ ਕਲਿਆਣ ਪਿੰਡ ਦੌਰਾ ਕਰੋ, ਜੌਲੀਆਂ ਜਾਓ, ਮਾਫੀਆਂ ਮੰਗੋ ਤੁਸੀਂ ਕਿ ਤੁਹਾਡੀ ਸਰਕਾਰ 'ਚ ਇਹ ਕੁਝ ਹੋ ਰਿਹਾ ਹੈ, ਤੇ ਚੰਗੀ ਤਰ੍ਹਾਂ ਤਫਤੀਸ਼ ਕਰਾਓ ਤਾਂ ਜੋ ਭਵਿੱਖ 'ਚ ਕੁਝ ਇਹੋ ਜਿਹਾ ਨਾ ਵਾਪਰੇ। ਜੇ ਤੁਹਾਡੀ ਵਾਈਫ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ 'ਚੋਂ 23 ਲੱਖ ਰੁਪਈਆ ਇੱਧਰ ਉੱਧਰ ਹੋ ਜਾਂਦਾ, ਦੂਜੇ ਤੀਜੇ ਦਿਨਾਂ ਵਿੱਚ ਹੀ ਬੰਦੇ ਦੂਜੀ ਤੀਜੀ ਸਟੇਟ ਦੇ ਵਿੱਚੋਂ ਫੜ ਲਿਆਉਂਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਤਾਂ ਬਹੁਤ ਵੱਡਾ ਮਸਲਾ ਹੈ, ਪੂਰੀ ਮਨੁੱਖਤਾ ਨਾਲ ਸੰਬੰਧਿਤ ਹੈ। ਸੋ ਇਹਦੇ ਤੇ ਇਹਨਾਂ ਨੂੰ ਬਣਦੀ ਕਾਰਵਾਈ ਕਰਨੀ ਪਊ, ਨਹੀਂ ਇਹਨਾਂ ਦਾ ਹਸ਼ਰ ਬਹੁਤ ਮਾੜਾ ਹੋਊਗਾ ਜੀ। ਖਾਲਸਾ ਜੀ, 2015 ਤੋਂ ਬਾਅਦ ਵੱਡਾ ਸੰਘਰਸ਼ ਚੱਲਿਆ ਸੀ ਬਰਗਾੜੀ ਦੇ ਵਿੱਚ। ਭਾਈ ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ ਹੋਣਾ ਉਸ ਦੀ ਕਮਾਂਡ ਸੰਭਾਲੀ ਸੀ। ਸਿੱਖ ਸੰਗਤ ਨੂੰ ਉਦੋਂ ਵੀ ਵੱਡੀਆਂ ਆਸਾਂ ਉਮੀਦਾਂ ਸੀ, ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਸ ਸੰਘਰਸ਼ ਨੂੰ ਖਤਮ ਕਰ ਦਿੱਤਾ। ਹੁਣ ਕੀ ਆਸਰਾਈਆਂ ਚੱਲ ਰਹੀਆਂ, ਹੁਣ ਚਰਚਾ ਚੱਲ ਰਹੀਆਂ, ਕਹਿੰਦੇ ਦੁਬਾਰਾ ਫਿਰ ਸੰਘਰਸ਼ ਉਸੇ ਧਰਤੀ ਤੇ ਵਿੱਢਿਆ ਜਾ ਸਕਦਾ, ਕਿਵੇਂ ਦੇਖਦੇ ਹੋ? ਕਿਉਂਕਿ ਮੈਂ ਤਾਂ ਜੀ ਪਹਿਲੀ ਗੱਲ ਤਾਂ ਮੈਂ ਸਰਕਾਰ ਨੂੰ ਕਹਿਣਾ ਵੀ ਉਹਨਾਂ ਦੀ ਨਲਾਇਕੀ ਹੈ, ਤੇ ਦੂਜਾ ਜਿਹੜਾ ਸੰਘਰਸ਼ ਦੁਬਾਰਾ ਵਿੱਢਣ ਦੀ ਗੱਲ ਹੈ, ਮਤਲਬ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ ਵੀ ਪਿੱਛੇ ਸਾਤੋਂ ਕਿੱਥੇ ਗਲਤੀਆਂ ਹੋਈਆਂ, ਕੋਈ ਅਣਗਹਿਲੀਆਂ ਹੋ ਗਈਆਂ, ਜਾਂ ਸਾਡੇ ਕਿਸੇ ਬੰਦਿਆਂ 'ਚ ਬੇਈਮਾਨੀਆਂ ਆ ਗਈਆਂ, ਜਾਂ ਸਾਡੇ ਬੰਦੇ ਕੁਝ ਵਿਕ ਗਏ, ਜਾਂ ਡਰ ਗਏ, ਜਾਂ ਦਬ ਗਏ, ਜਾਂ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ। ਇਹ ਤਾਂ ਸਾਰਿਆਂ ਨੂੰ ਆਪਣਾ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਨਿਗਾਹ ਮਾਰ ਕੇ ਵੇਖਣਾ ਪਊਗਾ। ਦੂਜਾ ਜਿਹੜਾ ਹੈਗਾ ਵੀ ਸਾਨੂੰ ਸੋਚਣਾ ਪਊਗਾ ਅਸੀਂ ਕਿਸ ਤਰੀਕੇ ਨਾਲ ਇਹ ਲੜਾਈ ਲੜੀਏ, ਤੇ ਤਾਂ ਜੋ ਇਸ ਤਰ੍ਹਾਂ ਦਾ ਨਾ ਵਾਪਰੇ। ਕਿਉਂਕਿ ਇੱਦਾਂ ਬਾਰ-ਬਾਰ ਤੁਸੀਂ ਮੋਰਚੇ ਲਾਓਗੇ, ਬਾਰ-ਬਾਰ ਤੁਸੀਂ ਇੱਦਾਂ ਸੰਗਤ ਦਾ ਦੇਖੋ ਨੁਕਸਾਨ ਵੀ ਹੁੰਦਾ, ਖਰਚਾ ਵੀ ਹੁੰਦਾ, એનર્ਜੀ ਬਹੁਤ ਵੇਸਟ ਹੋ ਜਾਂਦੀ ਹੈ, ਆਊਟਪੁੱਟ ਕੋਈ ਨਿਕਲਦੀ ਨਹੀਂ, ਇਹਦੇ ਨਾਲ ਕਾਫੀ ਨਿਰਾਸ਼ਤਾ ਆਉਂਦੀ ਹੈ। ਤਾਂ ਮੈਂ ਇੱਕ ਜਿਹੜਾ ਜ਼ਰੂਰੀ ਬੇਨਤੀ ਆਪ ਜੀ ਦੇ ਮਾਧਿਅਮ ਰਾਹੀਂ ਕਰਨੀ ਚਾਹੁੰਦਾ, ਹੱਥ ਬੰਨ੍ਹ ਕੇ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ, ਕਿ ਕਿਰਪਾ ਕਰਕੇ ਆਪਾਂ ਇੱਕ ਪਿੰਡ 'ਚ 5 ਗੁਰਦੁਆਰਿਆਂ ਦੀ ਥਾਂ ਤੇ ਇੱਕ ਗੁਰਦੁਆਰਾ ਬਣਾ ਲਓ, ਇੱਕ ਗੁਰਦੁਆਰਾ ਬਣਾ ਲਓ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਪਰ ਪਹਿਰੇਦਾਰੀ ਦਾ ਪ੍ਰਬੰਧ ਕਰੋ। ਜੇ ਬਹੁਤ ਜ਼ਿਆਦਾ ਆਰਥਿਕ ਤੰਗੀ ਹੈ, ਨਹੀਂ ਹੋ ਸਕਦਾ, ਬਹੁਤ ਜ਼ਿਆਦਾ ਕਮਜ਼ੋਰ ਹੋ, ਤਾਂ ਜਿਵੇਂ ਮਰਜ਼ੀ ਕਰੋ, ਭਾਵੇਂ ਕੋਈ ਟਾਈਮ ਰੱਖ ਲਓ ਵੀ ਇੰਨੇ ਤੋਂ ਇੰਨੇ ਵਜੇ ਦਰਬਾਰ ਸਾਹਿਬ ਖੁੱਲ੍ਹਾ ਹੋਊਗਾ, ਨਹੀਂ ਤਾਂ ਪੱਕੇ ਅੱਜ ਕੱਲ੍ਹ ਲੇਟੈਸਟ ਬਹੁਤ ਵਧੀਆ ਹਾਈ ਲੈਵਲ ਦੇ ਲੋਕ ਨੇ, ਉਸ ਤਰੀਕੇ ਨਾਲ ਕਰੋ। ਕਿਉਂਕਿ ਨਹੀਂ ਤਾਂ ਇਹਦੇ ਲਈ ਅਸੀਂ ਵੀ ਦੋਸ਼ੀ ਹੈਗੇ ਹਾਂ, ਜਿਹੜੇ ਮਤਲਬ ਅਵੇਸਲਾਪਣ ਹੈ। ਹੁਣ ਜੌਲੀਆਂ ਪਿੰਡ ਵਿੱਚ ਵੀ ਇਸੇ ਤਰ੍ਹਾਂ ਵਾਪਰਿਆ ਵੀ ਉੱਥੇ ਗ੍ਰੰਥੀ ਸਿੰਘ ਉਸ ਵਕਤ ਮੌਜੂਦ, ਮੈਂ ਗ੍ਰੰਥੀ ਸਿੰਘ ਦੀ ਕਮੀ ਨਹੀਂ ਕਹਿੰਦਾ, ਵੀ ਕਰੇ ਵੀ ਕੀ, ਇਕੱਲਾ ਬੰਦਾ ਉਲਝਿਆ ਰਹਿੰਦਾ, ਪਰ ਉੱਥੇ ਮਤਲਬ ਕੋਈ ਪਹਿਰੇਦਾਰ ਕੁਛ ਹੈ ਹੀ ਨਹੀਂ ਸੀ, ਤੇ ਇਕੱਲਿਆਂ ਨੂੰ ਬਹੁਤ ਸੌਖਾ ਹੋ ਜਾਂਦਾ। ਸਾਨੂੰ ਗੁਰੂ ਘਰਾਂ ਦੀ ਆਪ ਪਹਿਰੇਦਾਰੀ ਦਾ ਖਿਆਲ ਰੱਖਣਾ ਪਊਗਾ। ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਧਿਆਨ ਰੱਖਣ। ਜੇ ਬਈ ਨਹੀਂ ਰੱਖ ਸਕਦੇ ਤਾਂ ਫਿਰ ਗੁਰੂ ਮਹਾਰਾਜ ਦਾ ਪਾਵਨ ਸਰੂਪ ਕਿਸੇ ਵੀ ਨੇੜਲੇ ਗੁਰਦੁਆਰਾ ਸਾਹਿਬ 'ਚ ਪਹੁੰਚਾ ਦਿਓ। ਆਪਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਸਕੂਲ ਬਣਾ ਲਓ, ਹਸਪੀਟਲ ਬਣਾ ਲਓ, ਜੋ ਮਰਜ਼ੀ ਬਣਾ ਲਓ, ਧਰਮਸ਼ਾਲਾ ਬਣਾ ਲਓ। ਇੱਦਾਂ ਥਾਂ ਤੇ ਬੇਅਦਬੀਆਂ ਤੇ ਨਿੱਤ ਸਾਡਾ ਜੋ ਕੁਝ ਹੁੰਦਾ, ਮਤਲਬ ਹਿਰਦੇ ਬਲੂੰਦਰੇ ਜਾਂਦੇ ਆ। ਘੋਲੀਆ ਸਾਹਿਬ ਜਿੱਦਾਂ ਰਾਤ ਨੂੰ ਉਹਦੇ 11:30 ਵਜੇ ਮਹਾਰਾਜ ਦੇ ਪਾਵਨ ਸਰੂਪ ਦੇ ਜਿੰਨੀ ਸੰਗਤ ਨੇ ਦਰਸ਼ਨ ਕੀਤੇ ਨਾ, ਇੱਕ ਵੀ ਅੱਖ ਨਹੀਂ ਸੀ ਜਿਨ੍ਹਾਂ ਦੀ ਅੱਖਾਂ 'ਚੋਂ ਪਾਣੀ ਨਹੀਂ ਆਇਆ। ਲੋਕ ਭੁੱਬਾਂ ਮਾਰ ਕੇ ਰੋ ਪਏ ਕਿ ਯਾਰ ਸਤਿਗੁਰੂ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਮਤਲਬ ਉਹ ਤਾਂ ਰੁਮਾਲਿਆਂ 'ਚ ਹੀ ਸ਼ੋਭਦੇ ਆ। ਉੱਤੇ ਚੌਰ ਛਤਰ ਦੇ ਮਾਲਕ ਅਸੀਂ ਕਹਿੰਦੇ ਹਾਂ, ਤਖਤਾਂ ਤਾਜਾਂ ਦੇ ਮਾਲਕ ਕਹਿੰਦੇ ਹਾਂ। ਅਤੇ ਉਸ ਗੁਰੂ ਨੂੰ ਜਦੋਂ ਇਸ ਤਰ੍ਹਾਂ ਉਸ ਰੂਪ ਦੇ ਵਿੱਚ, ਮੈਨੂੰ ਹੁਣ ਸ਼ਬਦ ਨਹੀਂ ਆਉਂਦਾ ਮੈਂ ਕੀ ਕਹਾਂ, ਜਦੋਂ ਇੱਦਾਂ ਸੜੇ ਹੋਏ ਇੱਦਾਂ ਦੇਖਿਆ, ਮਤਲਬ ਅੱਗ ਨਾਲ ਸਾਰੇ ਲੋਕ ਧਾਹਾਂ ਮਾਰ ਕੇ ਰੋ ਪਏ। ਬਹੁਤ ਭਾਵਕ ਉੱਥੇ ਮਾਹੌਲ ਹੋ ਗਿਆ ਸੀ। ਸੋ ਮਤਲਬ ਇਹ ਹੈ ਵੀ ਇਹ ਕਿਸੇ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਦੇ ਲਈ ਸਾਨੂੰ ਸਾਰਿਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਵੀ ਅਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਕੋਈ ਚੌਧਰ ਦਾ ਮਸਲਾ ਨਹੀਂ, ਕੋਈ ਕੁਛ ਮਸਲਾ ਨਹੀਂ ਹੈ। ਇਹਨੂੰ ਇਮਾਨਦਾਰੀ ਨਾਲ ਇਹਦੇ 'ਤੇ ਕੰਮ ਕਰੀਏ, ਸਾਰੇ ਰਲ ਕੇ ਆਪਣੀ ਜ਼ਿੰਮੇਵਾਰੀ ਨਿਭਾਈਏ। ਨਹੀਂ ਤਾਂ ਫਿਰ ਆਹ ਦੁਖਾਂਤ ਵਾਪਰ ਰਿਹਾ, ਸਾਡਾ ਬਾਈ ਜਲੂਸ ਨਿਕਲ ਰਿਹਾ, ਅਸੀਂ ਕਾਹਦੇ ਅਸੀਂ ਜਿਉਣ ਜੋਗੇ ਹਾਂ। ਸੋ ਸਾਡਾ ਫਿਰ ਕੁਛ ਨਹੀਂ ਹੈ ਬਸ।
ਤਾਂ ਸਿੱਖ ਪੰਥ ਦੀ ਇੱਕ ਬਹੁਤ ਵੱਡੀ ਸੰਸਥਾ ਜੀ ਦਮਦਮੀ ਟਕਸਾਲ, ਜਿਹੜੀ ਕਹਿੰਦੇ ਸੰਘਰਸ਼ੀ ਯੋਧਿਆਂ ਦੀ, ਕੌਮ ਦੇ ਯੋਧਿਆਂ ਦੀ ਸੰਸਥਾ ਹੈ, ਜਿਨ੍ਹਾਂ ਦੀ ਕਹਿੰਦੇ ਕਮਾਂਡ ਬਾਬਾ ਜਰਨੈਲ ਸਿੰਘ ਹੋਣਾ ਨੇ ਸੰਭਾਲੀ ਹੈ। ਉਸ ਦੇ ਅੱਜ ਮੁਖੀ ਬਾਬਾ ਧੁੰਮਾ ਜੀ ਆ, ਤੇ ਬਾਬਾ ਧੁੰਮਾ ਜੀ ਦਾ ਕੋਈ ਬਿਆਨ ਨਹੀਂ ਆ ਰਿਹਾ, ਕੋਈ ਸੰਘਰਸ਼ ਨਹੀਂ ਕਰ ਰਹੇ। ਵੱਡੀ ਗਿਣਤੀ 'ਚ ਸੰਗਤ ਤੇ ਵੱਡੀ ਗਿਣਤੀ ਸਿੱਖ ਸੰਗਤਾਂ ਜਿਹੜੀਆਂ ਦੇਸ਼ ਦੁਨੀਆ 'ਚ ਜੁੜੀਆਂ ਹੋਈਆਂ, ਉਹਨਾਂ ਦੇ ਨਾਲ ਇੱਕ ਮੈਸੇਜ ਸੁਨੇਹਾ ਦੇਣ ਤਾਂ ਲੱਖਾਂ ਲੋਕ ਇਕੱਠੇ ਹੋ ਸਕਦੇ ਆ, ਪਰ ਉਹ ਚੁੱਪ ਨੇ। ਕਿਵੇਂ ਦੇਖਦੇ? ਇਹ ਬਹੁਤ ਦੁਖਦਾਇਕ ਹੈ ਜੀ। ਮੈਂ ਕਹਿੰਦਾ ਵੀ ਸਾਨੂੰ ਆਪੋ ਵਿੱਚ ਹੀ ਝਗੜੇ ਕਰਨ ਨੂੰ ਤਾਂ ਅਸੀਂ ਸ਼ੇਰ ਹੁੰਦੇ ਆ ਸਾਰੇ ਬੰਦੇ, ਤੇ ਜਿਹੜੀਆਂ ਸਾਡੀਆਂ ਜੁਝਾਰੂ ਜਥੇਬੰਦੀਆਂ ਖਵਾਉਂਦੀਆਂ ਨੇ ਉਹਨਾਂ ਨੂੰ ਜ਼ਰੂਰ ਕੰਮ ਕਰਨ। ਦੇਖੋ, ਇਹ ਪੰਥ ਦੇ ਵਿੱਚ ਸਾਰੇ ਤਰ੍ਹਾਂ ਦੇ ਬੰਦੇ, ਕੁਝ ਬੰਦੇ ਨੇ ਜਿਨ੍ਹਾਂ ਨੇ ਪ੍ਰਚਾਰ ਦੀ ਸੇਵਾ ਕਰਨੀ ਹੈ। ਮੰਨ ਲਓ ਮੈਂ ਤਾਂ ਜੀ ਪ੍ਰਚਾਰ ਦੀ ਸੇਵਾ ਕਰਦਾ, ਸੰਗਤ ਨੂੰ ਅਵੇਅਰ ਕਰਨਾ। ਲੋਕ ਲੋਕਟ ਲਾ ਕੇ ਸੁੱਟ ਜਾਂਦੇ ਆ, ਡੇਰਾ ਸਾਹਿਬ ਦੇ ਜਿਹੜੇ ਚੇਲੇ ਆ, ਸੰਗਤਾਂ ਬਹੁਤ ਗੁਰਬਾਣੀ ਨਾਲ ਜੁੜਦੀਆਂ, ਇਹ ਯਤਨ ਹੋ ਰਹੇ ਆ। ਕਈ ਸਾਡੇ ਸਿੱਖ ਵਕੀਲ ਹੈ ਜਿਹੜੇ ਮਨੁੱਖੀ ਅਧਿਕਾਰਾਂ 'ਤੇ ਜਾਂ ਸਾਡੇ ਬੇਕਸੂਰਾਂ ਨਾਲ ਜ਼ੁਲਮ ਹੁੰਦਾ, ਉਹ ਉਸ ਤਰ੍ਹਾਂ ਦੀ ਸੇਵਾ ਕਰਦੇ ਆ। ਵੱਖਰੀਆਂ ਵੱਖਰੀਆਂ ਜਿਹੜੀਆਂ ਸੇਵਾਵਾਂ ਨੇ, ਅਤੇ ਕੁਝ ਸਾਡੀਆਂ ਜੁਝਾਰੂ ਜਥੇਬੰਦੀਆਂ ਨੇ ਜਿਹੜੀਆਂ ਨੇ ਮਤਲਬ ਦੋ ਤਰ੍ਹਾਂ ਦੇ ਸਿੱਖ ਇਤਿਹਾਸ ਵਿੱਚ ਨੇ, ਇੱਕ ਮਿਲਵਰਤਨੀय ਸਿੱਖ, ਦੂਜੇ ਨਾ ਮਿਲਵਰਤਨੀय। ਮਿਲਵਰਤਨੀय ਸਿੱਖ ਉਹ ਸੀ ਜਿਹੜੇ ਸਰਕਾਰੀ ਸਿਸਟਮ ਵਿੱਚ ਵੀ ਰਹਿੰਦੇ ਸੀ, ਪਰ ਗਾਹੇ ਵਗਾਹੇ ਨਾ ਮਿਲਵਰਤਨੀय ਸਿੱਖਾਂ ਦੀ ਪੂਰੀ ਸਪੋਰਟ ਵੀ ਕਰਦੇ ਸੀ। ਜਿੱਥੇ ਸਿੱਖੀ ਦੀ ਗੱਲ ਸੀ ਡਟ ਕੇ ਖੜ ਜਾਂਦੇ ਸੀ। ਭਾਈ ਤਾਰੂ ਸਿੰਘ ਵਰਗੇ ਸਾਡੇ ਕੌਮ ਦੇ ਹੀਰੇ, ਅਤੇ ਭਾਈ ਸੁਵੇਗ ਸਿੰਘ ਸ਼ਾਹਬਾਜ਼ ਸਿੰਘ ਵਰਗੇ। ਅਤੇ ਦੂਜੇ ਪਾਸੇ ਨਾ ਮਿਲਵਰਤਨੀय ਸੀ ਜਿਹੜੇ ਸਰਕਾਰ ਨਾਲ ਸਿੱਧੀ ਟੱਕਰ ਲੈਂਦੇ ਸੀ। ਜੇ ਜੁਝਾਰੂ ਜਥੇਬੰਦੀਆਂ ਨੇ ਵੀ ਉਹੀ ਚੁੱਪੀ ਧਾਰਨੀ ਹੈ ਜਿਹੜੀਆਂ ਜੁਝਾਰੂ ਜਥੇਬੰਦੀਆਂ ਕਹਾਉਂਦੀਆਂ, ਅਤੇ ਫਿਰ ਜਾਂ ਉਹਨਾਂ ਨੇ ਵੀ ਮੈਮੋਰੰਡਮ ਹੀ ਦੇਣੇ ਆ, ਅਤੇ ਫਿਰ ਜੁਝਾਰੂ ਜਥੇਬੰਦੀਆਂ ਤਾਂ ਘੱਟੋ ਘੱਟ ਉਹਨਾਂ ਨੂੰ ਨਹੀਂ ਕਹਾਉਣਾ ਚਾਹੀਦਾ, ਮੈਨੂੰ ਲੱਗਦਾ। ਅਤੇ ਬਾਕੀ ਇਕਮੁੱਠਤਾ ਬੜੀ ਜ਼ਰੂਰੀ ਹੈ। ਇਕਮੁੱਠਤਾ ਨਾਲ ਸਾਰੇ ਅਸੀਂ ਇੱਕ ਹੋ ਕੇ ਕਰੀਏ। ਵਿਚਾਰਧਾਰਕ ਵਖਰੇਵੇਂ ਹੁੰਦੇ ਆ, ਬਹੁਤ ਹੁੰਦੇ ਆ, ਅਤੇ ਮਤਲਬ ਪਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਸਲਾ ਉਹਦੇ 'ਤੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣਾ ਚਾਹੀਦਾ। ਬਿਲਕੁਲ ਜੀ। ਤਾਂ ਜਾਂਦੇ ਜਾਂਦੇ ਇੱਕ ਸਵਾਲ ਕਿ ਸਭ ਤੋਂ ਵੱਡਾ ਬਿਆਨ ਇੱਕ ਬਾਬਾ ਜੋਨੀ ਜੀ ਨੇ ਦਿੱਤਾ, ਬਾਬਾ ਰਵਿੰਦਰ ਸਿੰਘ ਜੋਨੀ, ਤੁਸੀਂ ਜਾਣਦੇ ਹੋ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੂਗਾ ਤਾਂ ਉਸ ਨੂੰ ਸੋਧਾ ਲਾਉਣ ਵਾਲੇ ਵਿਅਕਤੀ ਨੂੰ ਜਾਂ ਉਸਦੇ ਪਰਿਵਾਰ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ, ਉਸਦੇ ਪਰਿਵਾਰ ਦੀ ਰੱਖਿਆ ਕੀਤੀ ਜਾਵੇਗੀ, ਉਸਦੇ ਕੇਸਾਂ ਦੀ ਜਿਹੜੀ ਹੈਗੀ ਆ ਪੈਰਵਾਈ ਕੀਤੀ ਜਾਵੇਗੀ। ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾ ਤੇ ਵੱਡਾ ਬਿਆਨ ਹੈ। ਦੇਖੋ, ਜਿਹੜਾ ਇਹ ਬਾਬਾ ਜੋਨੀ ਹੈ, ਇਹਦੀਆਂ ਕਈ ਗੱਲਾਂ ਨਾਲ ਮੈਂ ਸਹਿਮਤ ਨਹੀਂ। ਸਾਡੇ ਬਹੁਤ ਵਖਰੇਵੇਂ ਨੇ, ਮਰਿਆਦਾ ਦੇ ਮਸਲੇ, ਬਹੁਤ ਝਗੜੇ, ਪਰ ਮੈਂ ਕਹਿੰਦਾ ਜਿਹੜਾ ਇਹ ਬਿਆਨ ਦਿੱਤਾ ਹੈ, ਇਹ ਬਿਆਨ ਇਕੱਲਾ ਉਹਨਾਂ ਦਾ ਨਹੀਂ, ਇਹ ਹਰ ਸਿੱਖ ਦੇ ਅੰਦਰੋਂ ਤਾਂ ਇਹੀ ਆਵਾਜ਼ ਨਿਕਲ ਰਹੀ ਹੈ। ਠੀਕ ਹੈ, ਕੈਮਰੇ ਦੇ ਅੱਗੇ ਜਦੋਂ ਕੋਈ ਇਸ ਤਰ੍ਹਾਂ ਬੋਲੂਗਾ ਤਾਂ ਉਹਨੂੰ ਦਿੱਕਤਾਂ ਆਉਂਦੀਆਂ, ਸਮੱਸਿਆਵਾਂ ਆਉਂਦੀਆਂ। ਮੈਨੂੰ ਪਤਾ ਵੀ ਲੱਗਿਆ ਵੀ ਉਹਨਾਂ ਨੂੰ ਵੀ ਪੁਲਿਸ ਸੱਦ ਰਹੀ ਹੈ ਵੀ ਕਿਉਂ ਤੁਸੀਂ ਦਿੱਤਾ ਬਿਆਨ। ਮੈਂ ਪ੍ਰਸ਼ਾਸਨ ਨੂੰ ਅਤੇ ਇੱਥੋਂ ਦੇ ਸਾਰੇ ਸਿਸਟਮ ਨੂੰ ਕਹਿ ਰਿਹਾ ਚਾਹੁੰਦਾ ਵੀ ਇਹ ਇਕੱਲਾ ਬਾਬਾ ਜੋਨੀ ਨਹੀਂ, ਇਹ ਇਕੱਲੇ ਸਿੱਖ ਦੇ ਦਿਲ 'ਚੋਂ ਇਹ ਆਵਾਜ਼ ਨਿਕਲ ਰਹੀ ਹੈ ਵੀ ਜੇ ਇਸ ਤਰ੍ਹਾਂ ਇਹਨਾਂ ਨੇ ਹਰਕਤਾਂ ਕਰਨੀਆਂ, ਫਿਰ ਸਾਨੂੰ ਕਿਰਪਾਨਾਂ ਦੇ ਮੁੱਠਿਆਂ 'ਤੇ ਹੱਥ ਲੈ ਕੇ ਆਉਣਾ ਪਊ। ਫਿਰ ਸੋਧੇ ਲੱਗਣ ਵਾਲਾ ਜਿਹੜਾ ਚੱਲੂ ਕੰਮ, ਇਹ ਆਮ ਗੱਲ ਚੱਲ ਪਈ ਵੀ ਇਹਨਾਂ ਨੇ ਕੁਛ ਨਹੀਂ ਕਰਨਾ। ਉੱਥੇ ਤਰਖਾਣ ਮਾਜਰੇ ਬੇਅਦਬੀ ਕਰਨ ਵਾਲਾ ਬੰਦਾ, ਉਹਦੇ 'ਤੇ ਦੱਸਦੇ ਆ ਕਹਿੰਦੇ ਜੁਆਪਾ ਵੀ ਲਾਇਆ ਸੀਗਾ, ਪਰ ਉਹ ਵੀ ਜ਼ਮਾਨਤ ਕਰਾ ਕੇ ਤੁਰਿਆ ਫਿਰਦਾ ਬਾਹਰ। ਅਤੇ ਫਿਰ ਮੈਨੂੰ ਇਹ ਦੱਸੋ ਵੀ ਫਿਰ ਹੁਣ ਸਿੱਖ ਜਾਣਗੇ ਕੀ? ਫਿਰ ਸਿੱਖ ਕਰਨਗੇ ਕੀ? ਫਿਰ ਇਹੋ ਜਿਹੇ ਜਿਹੜੇ ਬਿਆਨ ਆਉਣੇ ਨੇ, ਇਹ ਉਹਨਾਂ ਦੇ ਗੁੱਸੇ 'ਚੋਂ ਨੇ, ਜਿਹੜਾ ਵੀਰ ਰਸ 'ਚੋਂ ਨੇ ਕਿ ਗੁਰੂ ਪਾਤਸ਼ਾਹ ਦੀ ਜੇ ਇਹ ਕੁਛ ਕਰੋਗੇ ਤਾਂ ਫਿਰ ਐਂਡ ਤਾਂ ਸਾਨੂੰ ਇਸ ਪਾਸੇ ਤੁਰਨਗੇ ਨਾ ਬੰਦੇ। ਫਿਰ ਹੁਣ ਕਿੰਨਾ ਚਿਰ ਅਸੀਂ ਝੱਲੀ ਜਾਵਾਂਗੇ? ਇਹਦੇ ਲਈ ਚਾਹੀਦਾ ਜੇ ਮਤਲਬ ਸਰਕਾਰਾਂ ਨੂੰ ਚਾਹੀਦਾ, ਹਕੂਮਤਾਂ ਨੂੰ, ਕਿ ਪ੍ਰੋਪਰ ਤੁਸੀਂ ਪ੍ਰਬੰਧ ਕਰੋ। ਦੇਖੋ 15 ਤੋਂ ਅਸੀਂ ਤਾਂ ਪੀਸਫੁਲੀ ਰਹਿ ਰਹੇ ਹਾਂ, ਸ਼ਾਂਤ ਬਈ ਅਸੀਂ ਸਾਰਾ ਰੋਸ ਜਤਾਉਂਦੇ ਹਾਂ, ਧਰਨੇ ਮੁਜ਼ਾਹਰੇ ਕਰਦੇ ਹਾਂ, ਪਰ ਹੁਣ ਐਂਡ ਕਿੰਨਾ ਕੁ ਚਿਰ ਐਂ ਕਰੀ ਜਾਣਗੇ ਬੰਦੇ? ਇਹ ਚਾਹੁੰਦੇ ਕੀ ਹੈ? ਪਰ ਨਾਲ ਮੈਂ ਇਹ ਜ਼ਰੂਰ ਸਾਡੇ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਵਾਰ-ਵਾਰ ਬੇਅਦਬੀ ਹੋ ਰਹੀ ਹੈ, ਇਹਦੇ ਕਈ ਕਾਰਨ। ਪਹਿਲਾ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਉਸ ਲੈਵਲ 'ਤੇ ਲਿਆਉਣਾ ਚਾਹੁੰਦੇ ਆ ਕਿ ਇਹ ਘਟਨਾ ਆਮ ਵਾਂਗ ਹੋ ਗਈ, ਲੋਕਾਂ ਨੂੰ ਲੱਗਣ ਲੱਗ ਜੇ ਵੀ ਇਹ ਤਾਂ ਆਮ ਗੱਲ ਹੈ, ਹੁਣ ਕਿੰਨਾ ਕੁ ਰੋਹ ਕਰੀਏ, ਕਿੰਨਾ ਕੁ ਵਿਰੋਧ ਕਰੀਏ। ਦੂਜੀ ਗੱਲ ਇਹ ਹੈ ਕਿ ਅੱਜ ਵੀ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਅੱਜ, ਕਿ ਹੋ ਸਕਦਾ ਹੈ ਕੁਝ ਏਜੰਸੀਆਂ ਇਹ ਸੋਚਦੀਆਂ ਹੋਣ ਕਿ ਇਹਨਾਂ ਦਾ ਧਿਆਨ ਇੱਧਰਲੇ ਪਾਸੇ ਭਟਕਾ ਦਈਏ, ਅੰਦੋਲਨ ਲਈ ਵੀ ਹੋ ਸਕਦਾ ਹੈ। ਤੀਜਾ, 2022 ਦੀ ਇਲੈਕਸ਼ਨ ਵੀ ਆ ਰਹੀ ਹੈ, ਵੀ ਬੈਲੈਂਸ ਕਰਨ ਲਈ ਵੀ, ਜੇ ਉਹਨਾਂ ਨੇ ਬਾਦਲ ਕਿਆ ਮੌਕੇ ਬਰਗਾੜੀ ਹੋ ਗਿਆ ਅਤੇ ਕੈਪਟਨ ਮੌਕੇ ਆ ਵੀ ਤਾਂ ਹੋ ਰਹੀ ਹੈ, ਬੈਲੈਂਸ ਕਰਨ ਲਈ ਵੀ ਹੋ ਸਕਦਾ ਹੈ। ਇਹੋ ਜਿਹੇ ਕਾਰਨ ਹੋ ਸਕਦੇ ਆ। ਚੌਥਾ, ਜਿਹੜੀ ਵੱਡੀ ਗੱਲ ਹੈ, ਇਹ ਵੀ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਗੱਲ ਝੱਲੀ ਨਹੀਂ ਜਾ ਸਕਦੀ ਕਿਸੇ ਸਿੱਖ ਤੋਂ, ਵੀ ਸਿੱਖ ਕੋਈ ਨਾ ਕੋਈ ਐਸਾ ਕੰਮ ਕਰ ਦੇਣ, ਕੋਈ ਨਾ ਕੋਈ ਹਿੰਸਾ ਫੈਲਾਉਣ, ਏਜੰਸੀਆਂ ਸੋਚਦੀਆਂ ਹੋਣਗੀਆਂ, ਤਾਂ ਜੋ ਭਵਿੱਖ ਵਿੱਚ ਇਹਨਾਂ ਨੂੰ ਮਾਰਨਾ ਬਹੁਤ ਸੌਖਾ ਹੋ ਜਾਏ। ਜਿਵੇਂ ਸੋਧਾ ਲਾਉਣ ਦੀ ਗੱਲ ਚੱਲਦੀ ਹੈ ਨਾ, ਜਿਵੇਂ ਬਾਬੇ ਜੋਨੀ ਨੇ ਕਿਹਾ,
ਉਹਦੇ ਨਾਲ ਕੀ ਕਰਦੇ ਆ, ਪੂਰੀ ਕੌਮ ਨੂੰ ਟਾਰਗੇਟ ਕਰਦੇ ਆ। ਫਿਰ ਪੂਰੀ ਕੌਮ ਦਾ ਜਿਵੇਂ ਪਿਛਲੇ ਸਮਿਆਂ 'ਚ ਕੀਤਾ 84 ਦੇ ਵਕਤ, ਪੂਰੀ ਕੌਮ ਨੂੰ ਟਾਰਗੇਟ ਕਰਦੇ ਆ। ਸਾਡੇ ਬੇਕਸੂਰ ਸਿੱਖ ਨੌਜਵਾਨਾਂ ਦੇ ਨਾਲ ਪਹਿਲਾਂ ਵੀ ਝੂਠੇ ਪੁਲਿਸ ਮੁਕਾਬਲੇ ਹੋਏ, ਸਾਡੇ ਖੂਨ ਨਾਲ ਹੋਲੀ ਖੇਡੀ ਗਈ। ਤੇ ਮੈਂ ਨੌਜਵਾਨਾਂ ਨੂੰ ਖਾਸ ਤੌਰ 'ਤੇ ਸੁਚੇਤ ਕਰੂੰਗਾ ਕਿ ਅਸੀਂ ਇੰਨਾ ਕੁ ਸੋਹਣੇ ਢੰਗ ਨਾਲ ਵਿਚਰਨਾ ਹੈ, ਅਸੀਂ ਇਹਨਾਂ ਨੂੰ ਮੌਕਾ ਨਹੀਂ ਦੇਣਾ। ਅਸੀਂ ਆਪਣੇ ਨੌਜਵਾਨਾਂ ਨੂੰ ਖੂਨ ਦੀ ਹੋਲੀ, ਸਾਡੇ ਬੇਕਸੂਰ ਨੌਜਵਾਨਾਂ ਦੇ ਖੂਨ ਦੇ ਨਾਲ ਕੋਈ ਹੋਲੀ ਖੇਡੇ, ਇਹ ਮੌਕਾ ਵੀ ਅਸੀਂ ਨਹੀਂ ਦੇਣਾ ਚਾਹੁੰਦੇ ਜੀ। ਬਿਲਕੁਲ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤਾਂ ਭਾਈ ਇਹ ਸਨ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ